जी मैडम। शुरू करिए जी। जी सत श्री अकाल जी सारिਆਂ ਨੂੰ। ਅੱਜ ਦਾ 6ਵਾਂ ਲਾਈਵ ਪ੍ਰੋਗਰਾਮ ਬੋਲ ਤਾਰੇ ਬੋਲ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ ਜੀ। ਸ੍ਰਿਜਨਾਤਮਕ ਸਿੱਖਿਆ ਸੰਸਾਰ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਸਭ ਤੋਂ ਪਹਿਲਾਂ ਜੀ ਆਇਆਂ ਆਖਦੀ ਹਾਂ। ਬੜੇ ਹੀ ਅਦਬ ਤੇ ਸਤਿਕਾਰ ਸੰਗ ਜੋ ਇਸ ਪ੍ਰੋਗਰਾਮ ਨੂੰ ਵੇਖ ਰਹੇ ਨੇ, ਸੁਣ ਰਹੇ ਨੇ। ਬੋਲ ਤਾਰੇ ਬੋਲ ਇੱਕ ਵਿਲੱਖਣ ਪ੍ਰਤਿਭਾ ਵਾਲੇ ਵਿਦਿਆਰਥੀ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਸਿਜਦਾ ਹੈ ਜੀ ਸਮੁੱਚੀ ਪ੍ਰਬੰਧਕੀ ਟੀਮ ਨੂੰ ਜੋ ਵਿਲੱਖਣ ਤਾਰਿਆਂ ਨੂੰ ਲੱਭ ਕੇ ਲਿਆਉਂਦੀ ਹੈ, ਚੁਣ ਕੇ ਲਿਆਉਂਦੀ ਹੈ ਤੇ ਸਾਡੇ ਸਨਮੁਖ ਪੇਸ਼ ਕਰਦੀ ਹੈ। ਡਾਕਟਰ ਕੁਲਦੀਪ ਜੋ ਸਾਡੇ ਇਸ ਪਰਿਵਾਰ ਦੇ ਮੁਖੀ ਨੇ, ਸਾਡੇ ਲਾਣੇਦਾਰ ਨੇ, ਉਹਨਾਂ ਦੀ ਇੱਕ ਕਵਿਤਾ ਜੋ ਬੜੀ ਹੀ ਪਿਆਰੀ ਤੇ ਬੱਚਿਆਂ ਦੇ ਵਿੱਚ ਖਾਸ ਤੌਰ ਤੇ ਹਰਮਨ ਪਿਆਰੀ ਕਵਿਤਾ ਹੈ। ਬੋਲ ਤਾਰੇ ਬੋਲ, ਅੰਬਰਾਂ ਦੇ ਤਾਰੇ ਕਿੰਨੇ ਤੁਸੀਂ ਸਾਰੇ, ਅੰਬਰਾਂ ਦੇ ਤਾਰੇ ਕਿੰਨੇ ਤੁਸੀਂ ਸਾਰੇ, ਤੇਰੀ ਚਮਕ ਬੜੀ ਹੈ, ਤੇਰੀ ਦਮਕ ਬੜੀ ਹੈ, ਤੁਸੀਂ ਲੈਂਦੇ ਨਜ਼ਾਰੇ, ਤੂੰ ਬੋਲ ਬੋਲ ਤਾਰੇ, ਤੂੰ ਬੋਲਦਾ ਕਿਉਂ। ਮੈਂ ਜਦੋਂ ਇਸ ਕਵਿਤਾ ਨੂੰ ਸੁਣਿਆ, ਬੜੀ ਸਰਲ ਤੇ ਸਪਸ਼ਟ ਜਿਹੀ ਭਾਸ਼ਾ ਦੇ ਵਿੱਚ ਬੱਚਿਆਂ ਦੇ ਮਨ ਨੂੰ ਟੁੰਬਣ ਵਾਲੀ ਇਹ ਕਵਿਤਾ ਜਿੱਥੇ ਬੱਚਿਆਂ ਨੂੰ ਆਨੰਦ ਦਿੰਦੀ ਹੈ, ਉੱਥੇ ਅਧਿਆਪਕਾਂ ਨੂੰ ਇੱਕ ਸਿੱਖਿਆ ਦਿੰਦੀ ਹੈ। ਤੇ ਇੱਕ ਅਧਿਆਪਕ ਦੁਆਰਾ ਰਚੀ ਇਹ ਕਵਿਤਾ ਉਸਦੇ ਮਨ ਦੇ ਬਲਬਲਿਆਂ ਨੂੰ ਵੀ ਪੇਸ਼ ਕਰਦੀ ਹੈ ਕਿ ਕਿਵੇਂ ਉਹ ਚਾਹੁੰਦੇ ਹਨ ਕਿ ਇਹਨਾਂ ਸਿਤਾਰਿਆਂ ਦੀ ਚਮਕ ਨੂੰ ਇੱਕ ਐਸਾ ਅੰਬਰ ਦਿੱਤਾ ਜਾਵੇ ਕਿ ਇਹ ਪੂਰੀ ਤਰ੍ਹਾਂ ਰੌਸ਼ਨ ਹੋ ਸਕਣ ਤੇ ਇਹਨਾਂ ਦੀ ਵਿਲੱਖਣ ਰੌਸ਼ਨੀ ਨੂੰ ਹੋਰ ਤਾਰੇ ਵੀ ਮਹਿਸੂਸ ਕਰਨ ਤੇ ਚਮਕਣ ਦੀ ਸ਼ਿੱਦਤ ਉਹਨਾਂ ਦੇ ਮਨ ਵਿੱਚ ਵੀ ਆਵੇ। ਸੋ ਸਿਜਦਾ ਹੈ ਇਸ ਕਵਿਤਾ ਦੇ ਰਚਨਹਾਰੇ ਨੂੰ, ਸਿਜਦਾ ਹੈ ਇਸ ਸ੍ਰਿਜਨਾਤਮਕ ਸਿੱਖਿਆ ਦੀ ਇੱਕ ਟੀਮ ਬਣਾਉਣ ਵਾਲੇ ਸਾਡੇ ਮੁਖੀ। ਸਾਰੀ ਪ੍ਰਬੰਧਕੀ ਟੀਮ ਵੀ ਸਿਜਦੇ ਦੀ ਹੱਕਦਾਰ ਹੈ, ਸਲਾਮ ਦੀ ਹੱਕਦਾਰ ਹੈ, ਜੋ ਇਸ ਵਿਲੱਖਣ ਵਿਅਕਤੀਤਵ ਦੇ ਜਿਹੜੇ ਬੱਚੇ ਹੈ ਉਹਨਾਂ ਨੂੰ ਲੱਭ ਕੇ ਸਾਡੇ ਸਾਹਮਣੇ ਪੇਸ਼ ਕਰਦੀ ਹੈ। ਇਸ ਪ੍ਰੋਗਰਾਮ ਦਾ ਮਨੋਰਥ ਸਿਰਫ ਉਹਨਾਂ ਬੱਚਿਆਂ ਨੂੰ ਪੇਸ਼ ਕਰਨਾ ਨਹੀਂ, ਸਗੋਂ ਉਹਨਾਂ ਬੱਚਿਆਂ ਲਈ ਰਾਹ ਦਸੇਰੇ ਬਣਨਾ ਹੈ ਜੋ ਨਿੱਕੇ ਨਿੱਕੇ ਤਾਰੇ ਹਲੇ ਕਿਤੇ ਕਿਸੇ ਸੰਗ ਕਰਕੇ, ਕਿਸੇ ਝਿਜਕ ਕਰਕੇ ਇੱਕ ਕਲਾਵਾਂ ਆਪਣੇ ਦੁਆਲੇ ਸਿੱਜੀ ਬੈਠੇ ਨੇ ਤੇ ਉਹ ਸੰਗ, ਉਹ ਝਿਜਕ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੰਦੀ। ਤਾਂ ਅੱਜ ਉਹ ਇਸ ਬੋਲਦੇ ਤਾਰੇ ਨੂੰ ਜਦ ਸੁਣਨਗੇ ਤਾਂ ਉਹਨਾਂ ਦੇ ਮਨ ਆਪ ਮੁਹਾਰੇ ਇਸ ਸਿਤਾਰੇ ਵਾਂਗ ਚਮਕਣ ਨੂੰ ਕਰਨਗੇ। ਸੋ ਇਹ ਪ੍ਰੋਗਰਾਮ ਸ਼ਾਬਾਸ਼ੀ ਹੈ ਚਮਕਦੇ ਤਾਰਿਆਂ ਲਈ ਤੇ ਉਦਮ ਹੈ, ਉਪਰਾਲਾ ਹੈ ਨਵੇਂ ਤਾਰਿਆਂ ਨੂੰ ਨਵੀਂ ਰੌਸ਼ਨੀ ਦੇਣ ਲਈ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਾਡੀ ਅੱਜ ਦੀ ਮਹਿਮਾਨ ਵਿਦਿਆਰਥੀ ਲੇਖਿਕਾ ਸਾਡੀ ਨਿੱਕੀ ਜੀ ਬਾਲ ਸਾਹਿਤਕਾਰਾ ਸਾਡੀ ਸੀਰਤਪਾਲ ਕੌਰ ਦਾ। ਸੀਰਤ ਬੇਟਾ ਜੀ ਆਇਆਂ ਤੁਹਾਨੂੰ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਇਸ ਨੂੰ ਜੁਆਇਨ ਕੀਤਾ। ਥੈਂਕ ਯੂ ਸੋ ਮਚ। ਹਾਂਜੀ ਬੇਟਾ ਜੀ ਕੰਫਰਟੇਬਲ ਹੋ? ਹਾਂਜੀ ਬਿਲਕੁਲ। ਹਾਂਜੀ, ਸਾਨੂੰ ਪਤਾ ਹੈ ਕਿ ਸਾਡੇ ਜੋ ਤਾਰੇ ਨੇ, ਸਾਡੇ ਜੋ ਸਿਤਾਰੇ ਨੇ, ਇਹ ਬੜੇ ਮਤਲਬ ਸਿਆਣੇ ਵਿਅਕਤੀਤਵ ਦੇ ਮਾਲਕ ਨੇ। ਭਾਵੇਂ ਨਿੱਕੀ ਉਮਰ ਹੈ ਇਹਨਾਂ ਦੀ, ਪਰ ਨਿੱਕੀ ਉਮਰ ਦੇ ਵਿੱਚ ਵੱਡੀਆਂ ਪ੍ਰਾਪਤੀਆਂ, ਵੱਡੀਆਂ ਮੱਲਾਂ ਮਾਰ ਕੇ ਸਾਡੇ ਕੋਲ ਬੈਠੇ ਹਨ। ਸੀਰਤਪਾਲ ਕੌਰ ਇੱਕ ਵਿਦਿਆਰਥੀ ਲੇਖਿਕਾ ਹੈ ਜਿਸਨੇ ਬਹੁਤ ਸਾਰੀ ਸਾਹਿਤ ਸਿਰਜਣਾ ਬਚਪਨ ਦੇ ਵਿੱਚ ਹੀ ਕੀਤੀ। ਸੀਰਤ ਬਾਰੇ ਮੈਂ ਨਾ ਦੱਸ ਕੇ ਅਸੀਂ ਸੀਰਤ ਤੋਂ ਹੀ ਪੁੱਛਦੇ ਹਾਂ ਕਿ ਸੀਰਤ ਤੁਸੀਂ ਆਪਣੀ ਜਾਣ ਪਹਿਚਾਣ ਸਾਡੇ ਵੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਦੱਸੋ ਬੇਟਾ ਜੀ। ਮੇਰਾ ਨਾਮ ਸੀਰਤ ਹੈ ਤੇ ਮੈਂ BA ਸੈਕੰਡ ਦੀ ਵਿਦਿਆਰਥਣ ਹਾਂ। ਮੈਨੂੰ ਲਿਖਣ ਦੇ ਨਾਲ ਨਾਲ ਗਾਉਣਾ, ਚਿੱਤਰਕਾਰੀ ਕਰਨਾ ਇਹ ਸਭ ਵੀ ਚੰਗੇ ਲੱਗਦੇ ਨੇ ਤੇ ਮੈਂ ਲਿਖਣਾ ਛੋਟੇ ਹੁੰਦੇ ਤੋਂ ਹੀ ਸ਼ੁਰੂ ਕਰ ਦਿੱਤਾ ਸੀ। ਜਦ ਮੈਂ 3 ਜਾਂ 4 ਸਾਲਾਂ ਦੀ ਸੀ, ਮੈਂ ਉਦੋਂ ਤੋਂ ਹੀ ਆਪਣੇ ਪਾਪਾ ਨੂੰ ਵੇਖ ਕੇ ਸੋਚਿਆ ਸੀ ਵੀ ਮੈਂ ਵੀ ਵੱਡੀ ਹੋ ਕੇ ਇੱਕ ਲੇਖਿਕਾ ਹੀ ਬਣੂੰਗੀ। ਪਰ ਜਿਉਂ ਮੈਂ ਵੱਡੀ ਹੁੰਦੀ ਗਈ ਉਵੇਂ ਨਵੀਆਂ ਚੀਜ਼ਾਂ ਨਾਲ ਵਾਹ ਪੈਂਦਾ ਗਿਆ ਤੇ ਨਵੇਂ ਸ਼ੌਂਕ ਵੀ ਜੁੜਦੇ ਗਏ ਤੇ
ਫਿਰ ਥੋੜੀ ਬਹੁਤ ਪਹਿਲਾਂ ਮੈਂ ਕਹਾਣੀ ਲਿਖਣੀ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਮੈਂ 2 ਕਵਿਤਾਵਾਂ ਲਿਖੀਆਂ, ਫਿਰ ਕਹਾਣੀ ਲਿਖਣੀ ਸ਼ੁਰੂ ਕੀਤੀ ਤੇ ਫਿਰ ਹੌਲੀ-ਹੌਲੀ ਵੱਡੇ ਹੋਣ ਲੱਗੀ ਤਾਂ ਫਿਰ ਤੋਂ ਕਵਿਤਾ ਵੱਲ ਰਾਹ ਮੁੜ ਪਏ। ਏਦਾਂ ਹੀ ਨਾਲ ਹੋ ਗਈ। ਇਹ ਚੀਜ਼ਾਂ ਜਦ ਮੈਂ ਸਕੂਲ ਵਿੱਚ ਸਿੱਖੀਆਂ ਤੇ ਮੈਨੂੰ ਇੰਨਾ ਸਭ ਦਾ ਵੀ ਸ਼ੌਂਕ ਹੋਣ ਲੱਗ ਗਿਆ ਤੇ ਮੈਂ ਆਪਣੇ ਬਾਰੇ ਹੀ ਦੱਸ ਸਕਦੀ ਹਾਂ ਕਿ ਮੈਨੂੰ ਲਿਖਣਾ ਪਸੰਦ ਹੈ ਤੇ ਚਿੱਤਰਕਾਰੀ ਕਰਨੀ, ਗਾਉਣਾ ਸਭ ਤੋਂ ਜ਼ਿਆਦਾ ਪਸੰਦ। ਬਿਲਕੁਲ, ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਇਸ ਸੋਹਣੇ ਜਿਹੇ ਤਾਰੇ ਨੇ ਬੋਲਣਾ ਸ਼ੁਰੂ ਕੀਤਾ ਹੈ। ਬੜੀ ਮਿੱਠੀ-ਮਿੱਠੀ ਰਸਨਾ ਉਚਾਰ ਰਹੀ ਹੈ ਇਹ ਬਾਲੜੀ। ਮੈਨੂੰ ਪਤਾ ਹੈ ਕਿ ਇਸ ਬੱਚੀ ਨੂੰ ਵਿਰਾਸਤ ਦੇ ਵਿੱਚੋਂ ਹੀ ਕੁੜਤੀ ਦੇ ਰੂਪ ਵਿੱਚ ਕਵਿਤਾ ਮਿਲੀ ਹੈ, ਕਿਉਂਕਿ ਸਾਡੇ ਬਹੁਤ ਹੀ ਸਾਹਿਤ ਜਗਤ ਦੇ ਵਿੱਚ ਸਤਿਕਾਰ ਸਤਪਾਲ ਭਿੱਖੀ ਜੀ ਦੀ ਧੀ ਰਾਣੀ ਹੈ ਇਹ, ਤੇ ਨਰਿੰਦਰਪਾਲ ਕੌਰ ਜੋ ਇੱਕ ਵਿਲੱਖਣ ਕਵਿਤਾ, ਇੱਕ ਸੋਹਣੀ ਕਵਿਤਾ ਲਿਖਦੀ ਹੈ, ਉਸਦੀ ਧੀ ਹੈ। ਸੋ ਮਾਪਿਆਂ ਤੋਂ ਹੀ ਗੁੜਤੀ ਦੇ ਰੂਪ ਵਿੱਚ ਮੈਨੂੰ ਪਤਾ ਹੈ ਸੀਰਤ ਨੂੰ ਕਵਿਤਾ ਮਿਲੀ ਹੈ ਤੇ ਇਸੇ ਲਈ ਇਸਦੇ ਬੋਲਾਂ ਦੇ ਵਿੱਚ ਵੀ ਉਹ ਮਿਠਾਸ ਹੈ, ਉਹ ਰਚਨਾ ਹੈ, ਉਹ ਸਾਹਿਤਿਕ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਅਹਿਸਾਸ ਹੈ ਜਿਸ ਨੂੰ ਇਹ ਬੱਚੀ ਮਹਿਸੂਸ ਕਰਦੀ ਰਹੀ ਹੈ। ਹਾਂਜੀ ਬੇਟਾ ਜੀ, ਜਿਵੇਂ ਤੁਸੀਂ ਦੱਸਿਆ ਕਿ ਕਵਿਤਾ ਤੁਸੀਂ ਬਹੁਤ ਛੋਟੀ ਉਮਰ 'ਚ ਲਿਖਣੀ ਸ਼ੁਰੂ ਕਰ ਦਿੱਤੀ ਸੀ ਤੇ ਪੁੱਤਰ ਜੀ ਹੁਣ ਤੱਕ ਆਪਣੀਆਂ ਆਈਆਂ ਹੋਈਆਂ ਬਾਲ ਸਾਹਿਤ ਕਿਤਾਬਾਂ ਦੇ ਰੂਬਰੂ ਕਰੋ ਜੀ। ਸਾਰਿਆਂ ਨੂੰ ਦੱਸੋ ਕਿ ਤੁਸੀਂ ਹੁਣ ਤੱਕ ਕਿਹੜੀਆਂ ਕਿਤਾਬਾਂ ਲਿਖ ਚੁੱਕੇ ਹੋ ਬੇਟਾ ਜੀ? ਮੈਂ ਆਪਣੀ ਸਭ ਤੋਂ ਪਹਿਲੀ ਕਿਤਾਬ 5ਵੀਂ ਜਮਾਤ ਵਿੱਚ ਲਿਖੀ, ਜਿਸ ਦਾ ਨਾਮ ਮੇਰਾ ਸੁਪਨਾ ਸੀ। ਉਸ ਤੋਂ ਬਾਅਦ ਵਿੱਚ ਮੈਂ ਜਿਹੜੀ ਕਹਾਣੀਆਂ ਦੀ ਹੀ ਕਿਤਾਬ ਲਿਖੀ ਸੀ, ਉਸ ਦਾ ਨਾਮ ਸੀ ਗੁਬਾਰੇ ਦੀ ਕਹਾਣੀ। ਉਹ ਮੈਂ 6ਵੀਂ ਜਮਾਤ ਵਿੱਚ ਲਿਖੀ ਸੀ ਤੇ 7ਵੀਂ ਮੈਂ ਮੋਰ ਦਾ ਖੰਭ ਲਿਖਿਆ, ਮੇਰੀ ਕਹਾਣੀਆਂ ਦੀ ਕਿਤਾਬ ਦਾ ਨਾਮ। ਤੇ 9ਵੀਂ ਜਮਾਤ ਵਿੱਚ ਮੈਂ ਜਾ ਕੇ ਸਫ਼ਰਨਾਮੇ ਦੀ ਕਿਤਾਬ ਲਿਖੀ ਸੀ, ਕੁਦਰਤ ਦੀ ਗੋਦ ਵਿੱਚ। ਇਸ ਤੋਂ ਮੈਂ ਇੱਕ 2 ਮੂੰਹਾਂ ਵਾਲਾ ਪਰਿੰਦਾ ਕਹਾਣੀ ਦੀ ਕਿਤਾਬ ਹੈ ਜੋ ਮਨਪ੍ਰੀਤ ਕੌਰ ਅਰੀਸ਼ੇਰ ਨੇ ਲਿਖੀ ਹੈ, ਉਸਦੇ ਵਿੱਚ ਮੈਂ ਚਿੱਤਰਕਾਰੀ ਕੀਤੀ ਸੀ। ਵਾਹ ਜੀ ਵਾਹ, ਸੱਚਮੁੱਚ ਹੀ ਸਾਡੇ ਇਸ ਵਿਲੱਖਣ ਤਾਰੇ ਦੇ ਵਿੱਚ ਵਿਲੱਖਣ ਚਮਕ ਹੈ ਜੀ। ਨਿੱਕੀ ਜੀ ਉਮਰ ਦੇ ਵਿੱਚ ਵੱਡੀਆਂ ਜਿਹੜੀਆਂ ਮੱਲਾਂ ਉਸ ਇਸ ਬੱਚੀ ਨੇ ਮਾਰੀਆਂ ਨੇ। ਸਾਹਿਤ ਦੇ ਨਾਲ ਬੇਟਾ ਜੀ ਤੁਹਾਨੂੰ ਯਾਦ ਹੈ ਤੁਸੀਂ ਕਦੋਂ ਜੁੜੇ? ਸਭ ਤੋਂ ਪਹਿਲੀ ਕਵਿਤਾ ਤੁਸੀਂ ਕਦੋਂ ਲਿਖੀ ਸੀ? ਅਸਲ ਵਿੱਚ ਮੈਂ ਸਭ ਤੋਂ ਪਹਿਲੀ ਕਵਿਤਾ ਨਹੀਂ ਸੀ ਲਿਖੀ, ਮੈਂ ਸਭ ਤੋਂ ਪਹਿਲਾਂ ਇੱਕ ਲੈਟਰ ਲਿਖਿਆ ਸੀ, ਇੱਕ ਚਿੱਠੀ ਲਿਖੀ ਸੀ। ਮੈਂ ਵੈਸੇ ਕਵਿਤਾ ਮੈਂ ਸੋਚਣੀ ਤਾਂ ਸ਼ੁਰੂ ਕਰਤੀ ਸੀ, ਲਿਖੀ ਉਸ ਟਾਈਮ ਮੈਂ ਇੱਕ ਵਾਰ ਮਤਲਬ ਏਦਾਂ ਹੀ ਘੁੱਗੀਆਂ ਗਾ ਰਹੀਆਂ ਸੀ ਤੇ ਮੈਂ ਉਦੋਂ ਮਤਲਬ ਮੰਮੀ ਨੂੰ ਕਿਹਾ, ਮੈਂ ਕਿਹਾ ਮੰਮੀ ਆਓ ਘੁੱਗੀਆਂ ਦਾ ਦਿਨ ਮਨਾਈਏ, ਇਕੱਠੇ ਹੋ ਕੇ ਗਾਣਾ ਗਾਈਏ। ਐਵੇਂ ਕਰਕੇ ਮੰਮੀ ਨੇ 2-3 ਸਤਰਾਂ ਬੋਲੀਆਂ ਸੀ ਤੇ ਮੰਮੀ ਨੇ ਮੇਰੇ ਵੱਲੋਂ ਲਿਖਤੀਆਂ ਸੀ, ਉਹ ਅਖਬਾਰ ਵਿੱਚ ਛਪੀਆਂ ਸੀ। ਉਸ ਤੋਂ ਬਾਅਦ ਜਦ ਮੈਂ ਬੜੀ ਵੱਡੀ ਮੈਨੂੰ ਲਿਖਣਾ ਉਦੋਂ ਮੈਂ ਨਾ ਪਾਪਾ ਦੀ ਕਿਸੇ ਅੰਕਲ ਨਾਲ ਲੜਾਈ ਹੋ ਰਹੀ ਸੀ, ਮੈਨੂੰ ਇਹ ਤਾਂ ਨਹੀਂ ਸੀ ਪਤਾ ਕਿ ਉਹ ਕੌਣ ਨੇ, ਪਰ ਮੈਂ ਉਹਨਾਂ ਨੂੰ ਲੈਟਰ ਲਿਖਿਆ ਸੀ ਆਪਣੇ ਵੱਲੋਂ ਕਿ ਤੁਸੀਂ ਮੇਰੇ ਪਾਪਾ ਨੂੰ ਬੋਲਦੇ ਹੋ। ਤੇ ਵੀ ਮਤਲਬ ਮੈਂ ਉਸਨੂੰ ਬੜੇ ਵੱਖਰੇ ਜਿਹੇ ਢੰਗ ਨਾਲ ਲਿਖਿਆ ਸੀ ਤੇ ਪਾਪਾ ਨੇ ਜਦੋਂ ਚਿੱਠੀ ਪੜ੍ਹੀ ਤੇ ਮੈਨੂੰ ਕਹਿੰਦੇ ਵੀ ਪੁੱਤਰ ਤੂੰ ਲਿਖਣਾ ਸ਼ੁਰੂ ਕਰ ਤੇ ਤੇਰੇ ਵਿੱਚ ਹੈ ਕੋਈ ਖੂਬੀ ਇਸ ਬਾਰੇ। ਤਾਂ ਮੈਂ ਫਿਰ ਲਿਖਣਾ ਸ਼ੁਰੂ ਕੀਤਾ ਤੇ ਸਭ ਤੋਂ ਪਹਿਲਾਂ ਨਾ ਪਾਪਾ ਮੈਨੂੰ ਰਾਤ ਨੂੰ ਕਹਾਣੀ ਸੁਣਾਉਂਦੇ ਹੁੰਦੇ ਸੀ ਤੇ ਸਭ ਤੋਂ ਪਹਿਲਾਂ ਮੈਨੂੰ ਲੱਗਿਆ ਕਿ ਕਹਾਣੀ ਲਿਖਣ ਦਾ ਮਤਲਬ ਹੈ ਕਿ ਕਹਾਣੀ ਲਿਖ ਦੋ ਬਸ, ਕਹਾਣੀ ਕੋਈ ਵੀ ਹੋਵੇ। ਤਾਂ ਮੈਂ ਕਹਾਣੀ ਲਿਖੀ ਸੀ, ਉਦੋਂ ਪਾਪਾ ਨੇ ਜਿਹੜੀ ਮੈਨੂੰ ਇੱਕ ਕਹਾਣੀ ਸੁਣਾਈ ਸੀ ਰਾਤ ਨੂੰ ਤੇ ਮੈਂ ਅਗਲੇ ਦਿਨ ਉਸੇ ਕਹਾਣੀ ਦੇ ਨਾਮ ਬਦਲ ਕੇ ਪਾਪਾ ਨੂੰ ਲਿਖ ਕੇ ਸੁਣਾਤੀ। ਤੇ ਪਾਪਾ ਨੂੰ ਜਦ ਮੈਂ ਦੱਸਿਆ ਕਿ ਪਾਪਾ ਮੈਂ ਕਹਾਣੀ ਲਿਖੀ ਹੈ ਤੇ ਪਾਪਾ ਬਹੁਤ ਖੁਸ਼ ਹੋਏ ਤੇ ਪਾਪਾ ਮੈਨੂੰ ਕਹਿੰਦੇ ਕਿ ਸੁਣਾ। ਤੇ ਜਦ ਮੈਂ ਪਾਪਾ ਨੂੰ ਸੁਣਾਇਆ ਉਦੋਂ ਮੈਨੂੰ ਪਾਪਾ ਨੇ ਦੱਸਿਆ ਕਿ ਸੀਰਤ ਏਦਾਂ ਹੁੰਦਾ ਕਿ ਕਹਾਣੀ ਆਪਾਂ ਨੇ ਆਪਣੇ ਕੋਲੋਂ ਜੋੜ ਕੇ ਲਿਖਣੀ ਹੁੰਦੀ ਹੈ, ਨਾ ਕਿ ਸੁਣੀ ਸੁਣਾਈ ਗੱਲ ਦੇ ਵਿੱਚ ਉਹਨੂੰ ਲਿਖ ਦੋ। ਪਹਿਲਾਂ ਮੈਨੂੰ ਲੱਗਦਾ ਸੀ ਕਿ ਇਸਨੂੰ ਸਿਰਫ ਮਹਿਜ ਲਿਖਣਾ, ਕਹਾਣੀ ਨੂੰ ਹੀ ਜਸਟ ਰਾਈਟਿੰਗ, ਉਸਨੂੰ ਇੱਕ ਕਹਾਣੀ ਲੇਖਣ ਕਹਿੰਦੇ ਨੇ। ਫਿਰ ਇੱਕ ਦਿਨ ਮੈਂ ਸੁਪਨਾ ਵੇਖਿਆ ਸੀ ਤੇ ਮੇਰੀ ਸਭ ਤੋਂ ਪਹਿਲੀ ਕਹਾਣੀ ਦਾ ਨਾਮ ਹੀ ਮੇਰਾ ਸੁਪਨਾ ਸੀ ਤੇ ਮੈਨੂੰ ਕਹਾਣੀ ਵਿੱਚ ਆਪਣੀ ਗੱਲ ਕਹਿਣੀ
ਬਹੁਤ ਸੌਖੀ ਲੱਗੀ ਕਵਿਤਾ ਨਾਲੋਂ, ਕਿਉਂਕਿ ਕਵਿਤਾ ਵਿੱਚ ਮੈਨੂੰ ਉਸ ਟਾਈਮ ਲੱਗਿਆ ਕਿ ਰਿਦਮ ਜੋੜਨਾ ਪਏਗਾ। ਤੇ ਉਦੋਂ ਮੈਂ ਨਿੱਕੀ ਵੀ ਹੁੰਦੀ ਸੀ, ਤਾਂ ਮੈਂ ਕਹਾਣੀ ਲਿਖਣ ਦੀ ਸ਼ੁਰੂਆਤ ਕੀਤੀ ਤੇ ਮੈਂ ਪਾਪਾ ਨੂੰ ਸੁਣਾਈ ਕਿ ਪਾਪਾ ਵੀ ਮੈਨੂੰ ਏਦਾਂ ਦਾ ਕਰਕੇ ਸੁਪਨਾ ਆਇਆ ਕਿ ਮੈਂ ਇਹਨੂੰ ਕਹਾਣੀ ਬਣਾ ਕੇ ਲਿਖ ਸਕਦੀ ਹਾਂ। ਤੇ ਪਾਪਾ ਨੇ ਮੈਨੂੰ ਕਿਹਾ ਵੀ ਤੂੰ ਲਿਖ ਦੇ, ਤੇ ਪਾਪਾ ਨੇ ਉਸ ਵਿੱਚ ਕੋਈ ਸੁਧਾਰ ਵੀ ਨਹੀਂ ਕੀਤਾ, ਸਿਰਫ ਜਿਹੜੀਆਂ ਗਲਤੀਆਂ ਸੀ ਮੇਰੀਆਂ ਵਿਆਕਰਨ ਵਾਲੀਆਂ ਉਹਨਾਂ ਨੂੰ ਠੀਕ ਕਰਕੇ ਪਾਪਾ ਕਹਿੰਦੇ ਆਪਾਂ ਇਸ ਨੂੰ ਕਦੇ ਛਾਪਾਂਗੇ। ਫਿਰ ਹੌਲੀ ਹੌਲੀ ਕਰਕੇ ਇੱਕ ਤੋਂ ਬਾਅਦ ਇੱਕ ਮੈਂ ਲਿਖਦੀ ਗਈ, ਤੇ ਫਿਰ 5ਵੀਂ ਜਮਾਤ ਦੇ ਵਿੱਚ ਪਾਪਾ ਨੇ ਸਿੱਧਾ ਜਦ ਪਬਲਿਸ਼ ਕਰਾਈ ਤੇ ਮੈਨੂੰ ਸਰਪ੍ਰਾਈਜ਼ ਹੀ ਦਿੱਤਾ ਸੀ ਕਿ ਤੇਰੀ ਪਹਿਲੀ ਕਹਾਣੀਆਂ ਦੀ ਕਿਤਾਬ ਆ ਗਈ। ਬਹੁਤ ਖੂਬ ਬੇਟਾ ਜੀ। ਇਹਦਾ ਮਤਲਬ ਪਾਪਾ ਦੀ ਪਰੀ ਹੈ ਸੀਰਤ, ਤੇ ਉੱਥੋਂ ਹੀ ਚਿੰਨ੍ਹ ਲੱਗੀ, ਉਹਨਾਂ ਨੇ ਹੀ ਤੇਰੇ ਅੰਦਰ ਇਹ ਵਿਸ਼ਵਾਸ ਪੈਦਾ ਕੀਤਾ। ਅੱਛਾ ਬੇਟਾ ਜੀ, ਇੱਕ ਛੋਟਾ ਜਿਹਾ ਸਵਾਲ ਪੁੱਛਦੀ ਹਾਂ ਕਿ ਮੰਮੀ ਪਾਪਾ ਦੋਨੋਂ ਹੀ ਲੇਖਕ ਨੇ, ਹਨਾ? ਤਾਂ ਦੋਨਾਂ ਦਾ ਹੀ ਪ੍ਰਭਾਵ ਤੁਹਾਡੇ ਤੇ ਰਿਹਾ ਹੋਣਾ ਹੈ, ਪਾਪਾ ਦਾ ਵੀ ਤੇ ਮੰਮੀ ਦਾ ਵੀ। ਅੱਛਾ ਇਹ ਦੱਸੋ ਵੀ ਦੋਨਾਂ ਚੋਂ ਕੌਣ ਬੈਸਟ ਲੱਗਦਾ ਤੁਹਾਨੂੰ, ਮੰਮੀ ਜਾਂ ਪਾਪਾ? ਦੋਨੋਂ ਹੀ ਬੈਸਟ ਨੇ। ਜਿਵੇਂ ਸ਼ੁਰੂਆਤੀ, ਜੇ ਮੈਂ ਕਹਾਂ ਮੇਰੀ ਜ਼ਿੰਦਗੀ ਦੇ ਸ਼ੁਰੂਆਤੀ ਜਿਹੜੇ ਸਾਲ ਸੀ ਉਹਨਾਂ ਵਿੱਚ ਮੇਰੇ ਉੱਤੇ ਪਾਪਾ ਦਾ ਪ੍ਰਭਾਵ ਜ਼ਿਆਦਾ ਸੀ, ਕਿਉਂਕਿ ਉਸ ਟਾਈਮ ਉੱਤੇ ਮੈਨੂੰ ਪਤਾ ਹੀ ਨਹੀਂ ਸੀ ਕਿ ਮੰਮਾ ਲਿਖਦੇ ਹੁੰਦੇ ਨੇ। ਮੈਂ ਛੋਟੀ ਹੁੰਦੀ ਸੀ, ਪਾਪਾ ਦਾ ਸੁਣਦੀ ਰਹਿੰਦੀ ਸੀ। ਮੰਮੀ ਦੀ ਜਿਹੜੀ ਪਹਿਲੀ ਕਿਤਾਬ ਸੀ ਕੈਕਟਸ ਦੀ ਖੁਸ਼ਬੂ, ਉਦੋਂ ਮੈਂ ਥੋੜੀ ਜਿਹੀ ਵੱਡੀ ਸੀ, ਮੈਨੂੰ ਉਦੋਂ ਪਤਾ ਲੱਗਿਆ ਕਿ ਅੱਛਾ ਮੰਮਾ ਵੀ ਲਿਖਦੇ ਨੇ। ਤਾਂ ਕਰਕੇ ਲਿਖਣ ਤੇ ਦੇਖਿਆ ਜਾਏ ਤਾਂ ਸ਼ੁਰੂਆਤੀ ਸਟੇਜਸ ਦੇ ਵਿੱਚ ਤਾਂ ਮੇਰਾ ਡੈਡੀ ਦਾ ਹੀ ਜ਼ਿਆਦਾ ਪ੍ਰਭਾਵ ਸੀ, ਪਰ ਹੌਲੀ ਹੌਲੀ ਜਿਉਂ ਮੰਮੀ ਦੀਆਂ ਮੈਂ ਕਵਿਤਾਵਾਂ, ਵੱਡੀ ਹੋ ਕੇ ਕਵਿਤਾਵਾਂ ਪੜ੍ਹਨ ਲੱਗੀ, ਜਦ ਮੈਨੂੰ ਕਵਿਤਾਵਾਂ ਸਮਝ ਆਉਣ ਲੱਗੀਆਂ, ਤਾਂ ਉਦੋਂ ਮੈਨੂੰ ਮੰਮੀ ਦੀ ਕਵਿਤਾ ਤੋਂ ਵੀ ਬਹੁਤ ਪ੍ਰਭਾਵ। ਮੈਨੂੰ ਡੈਡੀ ਦੀ ਜਿਹੜੀ ਜ਼ਿੰਦਗੀ ਹੈ ਉਹ ਕਿਵੇਂ ਜਿਉਂਦੇ ਨੇ, ਮੈਨੂੰ ਪਾਪਾ ਦੀ ਕਵਿਤਾ ਘੱਟ ਮਤਲਬ ਸਮਝ ਆਉਂਦੀ ਆ। ਜਿਹੜੀ ਸਮਝ ਆਉਂਦੀ ਆ ਤਾਂ ਬਹੁਤ ਵਧੀਆ ਲੱਗਦੀ ਆ, ਪਰ ਮੰਮੀ ਦੀ ਕਵਿਤਾ ਮੈਨੂੰ ਸਮਝ ਆ ਜਾਂਦੀ ਆ। ਤਾਂ ਮੈਂ ਆਪਣੇ ਆਪ ਨੂੰ ਜੇ ਦੇਖਿਆ ਜਾਵੇ ਕਿ ਮੈਨੂੰ ਲਿਖਣਾ ਮੈਂ ਕਿਸ ਕਰਕੇ ਸ਼ੁਰੂ ਕੀਤਾ, ਕਿਸ ਦੇ ਪ੍ਰਭਾਵ ਹੇਠਾਂ, ਤਾਂ ਉਹ ਮੈਂ ਕਹਿ ਸਕਦੀ ਹਾਂ ਕਿ ਸ਼ੁਰੂਆਤ ਵਿੱਚ ਹੀ ਲਿਖਣਾ ਸ਼ੁਰੂ ਕੀਤਾ ਸੀ ਤਾਂ ਉਹ ਡੈਡੀ ਦੇ ਪ੍ਰਭਾਵ ਹੇਠਾਂ ਲਿਖਣਾ ਸ਼ੁਰੂ ਕੀਤਾ। ਪਰ ਜਿਵੇਂ ਜਿਵੇਂ ਵੱਡੀ ਹੁੰਦੀ ਗਈ, ਤੇ ਜੇ ਮੈਂ ਆਪਣੀ ਕਹਾਣੀ ਦੀ ਗੱਲ ਕਰਾਂ ਉਹ ਮੇਰੇ ਪਾਪਾ ਨਾਲ ਜੁੜੀ ਹੋਈ ਹੈ ਕਿਤੇ ਨਾ ਕਿਤੇ, ਤੇ ਜੇ ਕਵਿਤਾ ਦੀ ਗੱਲ ਕਰਾਂ ਤਾਂ ਉਹ ਮੈਂ ਮੰਮੀ ਤੋਂ ਵੀ, ਅੱਛਾ ਵੀ ਮੰਮੀ ਐਵੇਂ ਐਵੇਂ ਕਰਕੇ ਕਵਿਤਾ ਲਿਖਦੇ ਨੇ, ਮੈਂ ਵੀ ਸ਼ਾਇਦ ਲਿਖ ਸਕਦੀ ਹਾਂ, ਉਹ ਚੀਜ਼ ਮੈਂ ਮੰਮਾ ਤੋਂ ਸਿੱਖੀ। ਬਿਲਕੁਲ ਬਿਲकुल ਬੇਟਾ ਜੀ। ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਸਤਪਾਲ ਭਿੱਖੀ ਜੀ ਸਿਰਫ ਸੀਰਤ ਦੇ ਹੀ ਹਰਮਨ ਪਿਆਰੇ ਮਤਲਬ ਲੇਖਕ ਨਹੀਂ ਹਨ, ਬਲਕਿ ਬਹੁਤ ਸਾਰੇ ਬੱਚੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ, ਕਿਉਂਕਿ ਉਹਨਾਂ ਨੇ ਬੱਚਿਆਂ ਨੂੰ ਬੱਚਿਆਂ ਦੇ ਪੱਧਰ ਤੇ ਜਾ ਕੇ ਬਾਲ ਸਾਹਿਤ ਦਿੱਤਾ। ਤਾਂ ਕੁਦਰਤੀ ਹੈ ਕਿ ਛੋਟੇ ਬੱਚੇ ਨੂੰ ਛੋਟੀਆਂ ਰਚਨਾਵਾਂ, ਬਾਲ ਸਾਹਿਤ ਹੀ ਜ਼ਿਆਦਾ ਪਿਆਰਾ ਲੱਗਦਾ ਹੈ। ਤੇ ਜਿਵੇਂ ਜਿਵੇਂ ਸੀਰਤ ਦੱਸ ਰਹੀ ਹੈ ਕਿ ਉਹ ਵੱਡੀ ਹੋਈ, ਤਾਂ ਮੰਮੀ ਦੀ ਕਵਿਤਾ ਜਿਹੜੀ ਹੈ ਉਹ ਕਿਤੇ ਨਾ ਕਿਤੇ ਔਰਤ ਮਨ ਨੂੰ ਪੇਸ਼ ਕਰਦੀ ਹੈ, ਕਿਤੇ ਨਾ ਕਿਤੇ ਸਮਾਜਿਕ ਜਿਹੜੀ ਯਥਾਰਥ ਹੈ ਉਸਦੀ ਪੇਸ਼ਕਾਰੀ ਕਰਦੀ ਹੈ, ਤਾਂ ਉਸਨੂੰ ਸਮਝਣ ਲਈ ਥੋੜਾ ਵੱਡਾ ਹੋਣਾ ਜ਼ਰੂਰੀ ਸੀ। ਬਿਲਕੁਲ ਬਹੁਤ ਸੋਹਣਾ ਜਿਹੜਾ ਹੈ ਤੁਸੀਂ ਇਹ ਜਵਾਬ ਦਿੱਤਾ ਕਿ ਕਿਵੇਂ ਤੁਹਾਡੇ ਪਾਪਾ ਸਿਰਫ ਤੁਹਾਡੀ ਹੀ ਸ਼ਖਸੀਅਤ ਨੂੰ ਨਿਖਾਰਨ ਦੇ ਵਿੱਚ ਯੋਗਦਾਨ ਨਹੀਂ ਰੱਖਦੇ ਬੇਟਾ ਜੀ, ਬਹੁਤ ਸਾਰੇ ਬੱਚੇ ਉਹਨਾਂ ਨੂੰ ਵੇਖ ਕੇ ਲਿਖਣਾ ਸਿੱਖ ਰਹੇ ਨੇ। ਸੋ ਹਾਂਜੀ, ਮਾਣ ਹੈ ਸਾਨੂੰ ਵੀ, ਸਾਡੇ ਮਹਿਕਮੇ ਨੂੰ, ਸਾਡੇ ਸਾਹਿਤਿਕ ਸਭਾਵਾਂ ਨੂੰ, ਸਾਡੇ ਸਮੁੱਚੇ ਸਮਾਜ ਨੂੰ ਸਤਪਾਲ ਜੀ ਤੇ ਨਰਿੰਦਰਪਾਲ ਕੌਰ ਜੀ ਤੇ, ਜਿਨ੍ਹਾਂ ਨੇ ਐਡੀ ਪਿਆਰੀ ਸੀਰਤ ਸਾਨੂੰ ਹੁਣ ਦਿੱਤੀ, ਜੋ ਆਉਣ ਵਾਲੇ ਸਮੇਂ ਦੀ ਇੱਕ ਵਿਲੱਖਣ ਜਿਹੜੀ ਹੈ ਸਾਹਿਤਕਾਰਾ ਬਣੇਗੀ। ਅੱਛਾ ਬੇਟਾ ਜੀ, ਇਹ ਦੱਸੋ ਕਿ ਹੁਣ ਤੁਸੀਂ ਵੱਡੇ ਹੋ ਗਏ, ਪਹਿਲਾਂ ਤੁਸੀਂ ਛੋਟੇ ਸੀ ਹਨਾ, ਤੁਸੀਂ ਮੰਮੀ ਪਾਪਾ ਦੇ ਪ੍ਰਭਾਵ 'ਚ ਲਿਖਦੇ ਸੀ, ਤਾਂ ਜਿਵੇਂ ਤੁਸੀਂ ਵੱਡੇ ਹੋਏ ਤਾਂ ਤੁਹਾਨੂੰ ਬਹੁਤ ਸਾਰੇ ਅਧਿਆਪਕ ਮਿਲੇ ਹੋਣਗੇ ਹਨਾ, ਤਾਂ ਕਿਸੇ ਅਜਿਹੀ ਮਤਲਬ ਕੋਈ ਇਹੋ ਜਿਹਾ ਘਟਨਾ ਤੁਹਾਡੀ ਜ਼ਿੰਦਗੀ 'ਚ ਘਟੀ ਜਿਸਨੇ ਤੁਹਾਨੂੰ ਕੋਈ ਮਤਲਬ ਵਿਲੱਖਣਤਾ ਬਖਸ਼ੀ ਹੋਵੇ, ਕੋਈ ਤੁਹਾਡੇ ਕਿਸੇ ਅਧਿਆਪਕ ਨੇ ਤੁਹਾਨੂੰ ਪ੍ਰੇਰਿਤ ਕੀਤਾ ਹੋਵੇ? ਅਧਿਆਪਕ ਤਾਂ ਨਹੀਂ, ਅਸਲ ਵਿੱਚ ਜਿਵੇਂ ਮੈਂ ਪਹਿਲਾਂ ਛੋਟੀ ਹੁੰਦੀ, ਜਿਹੜੀ ਰਿਦਮ ਦੇ ਵਿੱਚ ਆਪਾਂ ਬਾਲ ਕਵਿਤਾਵਾਂ ਲਿਖਦੇ ਹਾਂ, ਬਾਲ ਕਹਾਣੀਆਂ ਲਿਖਦੇ ਹਾਂ, ਤਾਂ ਸਭ ਤੋਂ ਪਹਿਲਾਂ ਮੈਂ ਜਦ ਪਾਪਾ ਨੂੰ ਸਾਹਿਤ ਅਕੈਡਮੀ ਦਾ ਅਵਾਰਡ ਮਿਲਿਆ ਸੀ ਬਾਲ ਲੇਖਕ ਵਾਸਤੇ, ਉਦੋਂ ਨਾ ਉੱਥੇ ਇੰਗਲਿਸ਼ ਲੈਂਗੁਏਜ ਦੇ ਵਿੱਚ ਇੱਕ ਲੇਡੀ ਆਈ ਸੀ, ਉਹਨਾਂ ਨੇ ਇੱਕ ਆਪਣੀ ਕਿਤਾਬ ਲਿਖੀ ਸੀ ਦ ਸਮੋਕ, ਬਲੈਕ ਸਮੋਕ, ਦ ਸਮੋਕ, ਤੇ ਉਹਨਾਂ ਦੀ ਕਾਫੀ ਸਾਰੀਆਂ ਕਿਤਾਬਾਂ ਨੇ, ਉਹਨਾਂ ਦਾ ਨਾਮ ਪਾਰੋ ਆਨੰਦ ਸੀ। ਤੇ ਜਦ ਉਹਨਾਂ ਨੇ ਆਪਣੀਆਂ ਕਹਾਣੀਆਂ ਸਟੇਜ ਤੇ ਜਾ ਕੇ ਪੜ੍ਹੀਆਂ, ਮੈਨੂੰ ਉਹਨਾਂ ਦੀਆਂ ਕਹਾਣੀਆਂ ਬਹੁਤ ਬਹੁਤ ਸੋਹਣੀਆਂ ਲੱਗੀਆਂ। ਅਕਸਰ ਦੇਖਿਆ ਜਾਂਦਾ ਹੈ ਕਿ ਪਹਿਲਾਂ ਬਾਲ ਸਾਹਿਤ ਬਾਰੇ ਲਿਖਿਆ ਨਹੀਂ ਸੀ ਜਾਂਦਾ, ਪਹਿਲਾਂ ਘੱਟ ਲਿਖਿਆ ਜਾਂਦਾ ਸੀ, ਤੇ ਹੌਲੀ ਹੌਲੀ ਅੱਜ ਕੱਲ
ਵਧੀਆ ਕਿਤਾਬਾਂ ਵੀ ਆ ਰਹੀਆਂ ਨੇ ਬਾਲ ਸਾਹਿਤ ਵਿੱਚ, ਪਰ ਮੈਨੂੰ ਜੇ ਮੈਂ ਆਪਣੇ ਹਿਸਾਬ ਨਾਲ ਗੱਲ ਦੱਸਾਂ ਤਾਂ ਮੈਨੂੰ ਲੱਗਦਾ ਕਿ ਜਿਹੜੀ ਸਾਡੀ ਉਮਰ ਹੈ, ਟੀਨੇਜਰਸ, ਜਿਨ੍ਹਾਂ ਨੂੰ ਜ਼ਿਆਦਾ ਬੌਧਿਕ ਰਚਨਾਵਾਂ ਵੀ ਨਹੀਂ ਚਾਹੀਦੀਆਂ ਹੁੰਦੀਆਂ ਤੇ ਜ਼ਿਆਦਾ ਬੱਚਿਆਂ ਬਿਲਕੁਲ। ਉਹਨਾਂ ਬਾਰੇ ਥੋੜਾ ਘੱਟ ਲਿਖਿਆ ਜਾਂਦਾ ਹੈ, ਤੇ ਮੈਨੂੰ ਉਹਨਾਂ ਦੀ ਕਹਾਣੀ ਪੜ੍ਹ ਕੇ ਏਦਾਂ ਲੱਗਿਆ ਕਿ ਇਹ ਸਾਡੀ ਉਮਰ ਵਾਸਤੇ ਕਹਾਣੀਆਂ ਨੇ। ਤੇ ਮੈਂ ਸੋਚਿਆ ਸੀ ਕਿ ਮੈਂ ਇਸ ਤੋਂ ਬਾਅਦ ਵਿੱਚ ਕਹਿ ਸਕਦੇ ਆਪਾਂ ਇਹਨਾਂ ਨੂੰ ਟੀਨ ਸਟੋਰੀਜ਼, ਕਿਉਂਕਿ ਟੀਨੇਜਰਸ ਲਈ ਵੀ ਐਵੇਂ ਦੀਆਂ ਲਿਖਣੀਆਂ ਸ਼ੁਰੂ ਕਰੂੰਗੀ। ਤਾਂ ਮੈਨੂੰ ਉਹਨਾਂ ਦੀ ਪਰਸਨੈਲਿਟੀ ਨੇ ਵੀ ਬਹੁਤ ਪ੍ਰਭਾਵਿਤ ਕੀਤਾ, ਉਹਨਾਂ ਦੀਆਂ ਰਚਨਾਵਾਂ ਨੇ ਵੀ ਕੀਤਾ। ਤੇ ਫਿਰ ਉਸ ਤੋਂ ਬਾਅਦ ਵਿੱਚ ਸਾਡੇ ਇੱਥੇ ਗੁਆਂਢ ਵਿੱਚ ਇੱਕ ਘਟਨਾ ਹੋਈ ਸੀ, ਜਿਸ ਤੋਂ ਮੈਂ ਫਿਰ ਟੀਨ ਸਟੋਰੀਜ਼ ਲਿਖਣੀਆਂ ਸ਼ੁਰੂ ਕੀਤੀਆਂ ਸੀ। ਤੇ ਉਸ ਤੋਂ ਬਾਅਦ ਵਿੱਚ ਹੌਲੀ ਹੌਲੀ ਟੀਨ ਸਟੋਰੀਜ਼ ਤੋਂ ਮੈਨੂੰ ਖੁੱਲੀ ਕਵਿਤਾ ਬਾਰੇ ਪਤਾ ਲੱਗਿਆ, ਤਾਂ ਫਿਰ ਮੈਂ ਉਹ ਲਿਖਣੀ ਸ਼ੁਰੂ ਕੀਤੀ। ਤਾਂ ਉਹਨਾਂ ਕਰਕੇ ਮੇਰੀ ਜ਼ਿੰਦਗੀ ਦੇ ਵਿੱਚ, ਜਾਂ ਕਹਿ ਸਕਦੇ ਮੇਰੇ ਲੇਖਨ ਦੇ ਵਿੱਚ ਕਾਫੀ ਫਰਕ ਪਿਆ। ਓਕੇ, ਅੱਛਾ ਬੇਟਾ ਜੀ, ਹੁਣ ਇੱਕ ਸੋਹਣੀ ਜੀ ਕਵਿਤਾ ਸੁਣਾ ਦਿਓ ਸਾਨੂੰ। ਹਾਂਜੀ, ਮੈਂ ਤੁਹਾਨੂੰ ਕਵਿਤਾ ਸੁਣਾਵਾਂਗੀ, ਮੇਰੀ ਦੁਨੀਆ। ਹਾਂਜੀ। ਚੌਂਤਰਾ ਮੇਰਾ ਸ਼ਹਿਰ ਤੇ ਚੁੱਲਾ ਮੇਰਾ ਪਿੰਡ, ਛਟੀਆਂ ਮੇਰੀਆਂ ਸਹੇਲੀਆਂ, ਪਾਂਡਿਆਂ ਦਾ ਟੋਕਰਾ ਹੈ ਮੇਰਾ ਘਰ। ਮੈਂ ਰੋਜ਼ ਜਾਂਦੀ ਹਾਂ ਘੁੰਮਣ, ਚਲਾਉਂਦੀ ਹਾਂ ਕਾਤਰੀ, ਸਰਫ ਨਾਲ ਭਰੀ ਨਦੀ ਵਿੱਚ। ਮੈਂ ਰੋਜ਼ ਕਰਦੀ ਹਾਂ ਗੱਲਾਂ, ਹਲਕਾ ਕਰਦੀ ਹਾਂ ਆਪਣਾ ਮਨ, ਬੌਕਰ ਨਾਲ ਗੱਲਾਂ ਮਾਰ। ਮੇਰੇ ਹੱਥਾਂ ਨਾਲ ਪਿਆਰ ਹੈ ਉਸ ਪੋਚੇ ਵਾਲੇ ਕੱਪੜੇ ਨੂੰ, ਰੋਜ਼ ਮੇਰਾ ਮੱਥਾ ਚੁੰਮਦਾ ਹੈ ਮੇਰਾ ਘੁੰਡ। ਹਾਂ ਸੱਚ, ਬਾਗਲ ਹੀ ਤਾਂ ਹੈ ਮੇਰਾ ਫਾਰਮ ਹਾਊਸ, ਮੱਝਾਂ ਤੇ ਗਾਵਾਂ ਹੀ ਤਾਂ ਕਰਦੀਆਂ ਨੇ ਮੇਰੀ ਫਿਕਰ, ਤੇ ਬਸ ਇੰਨੀ ਕੁ ਹੈ ਮੇਰੀ ਦੁਨੀਆ। ਵਾਹ ਜੀ ਵਾਹ, ਵਾਹ ਵਾਹ, ਬਹੁਤ ਖੂਬ ਬੇਟਾ ਜੀ, ਜੁਗ ਜੁਗ ਜਿਓ। ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ, ਬਹੁਤ ਸਾਰੀਆਂ ਦੁਆਵਾਂ ਕਿ ਰੱਬ ਤੁਹਾਡੀ ਕਲਮ ਨੂੰ ਹੋਰ ਉਦਮ ਬਖਸ਼ੇ, ਹੋਰ ਤਾਕਤ ਬਖਸ਼ੇ, ਤੁਸੀਂ ਸਮੇਂ ਨੂੰ, ਸਮਾਜ ਨੂੰ ਕੁਝ ਹੋਰ ਦੇ ਸਕੋ। ਅੱਛਾ ਬੇਟਾ ਜੀ, ਜਿਵੇਂ ਕਿ ਮੈਂ ਜਾਣਦੀ ਹਾਂ ਕਿ ਸਭ ਤੋਂ ਪਹਿਲਾਂ ਤੁਸੀਂ ਦੱਸਿਆ ਕਿ ਕਹਾਣੀਆਂ ਤੋਂ ਹੀ ਤੁਸੀਂ ਸ਼ੁਰੂਆਤ ਕੀਤੀ, ਕਹਾਣੀਆਂ ਲਿਖਣ ਵੱਲ ਹੀ ਤੁਸੀਂ ਪ੍ਰੇਰਿਤ ਹੋਏ, ਜਾਂ ਉਹ ਲੜਾਈ ਜਿਹੜੀ ਪਾਪਾ ਨਾਲ ਕਿਸੇ ਨੇ ਲੜੀ ਤੇ ਉਹ ਤੁਹਾਨੂੰ ਲੇਖਣੀ ਵੱਲ ਮੋੜ ਗਈ। ਤਾਂ ਧੰਨਵਾਦ ਹੋਵਾਂਗੇ ਆਪਾਂ, ਹਨਾ, ਉਸ ਵਿਅਕਤੀ ਦੇ ਜਿਹੜੇ ਪਾਪਾ ਨਾਲ ਲੜੇ। ਜੇ ਉਹ ਨਾ ਲੜਦੇ ਤਾਂ ਕਿਤੇ ਨਾ ਕਿਤੇ ਤੁਹਾਡੇ ਮਨ ਦੀ ਉਹ ਵੇਦਨਾ ਜਿਹੜੀ ਹੈ ਬਾਹਰ ਨਹੀਂ ਸੀ ਆਉਣੀ, ਹਨਾ। ਪਾਪਾ ਨਾਲ ਜਿਹੜਾ ਪਿਆਰ ਸੀਗਾ ਉਸ ਖਤ ਦੇ ਰੂਪ ਦੇ ਵਿੱਚ, ਉਸ ਲੜਾਈ ਦੇ ਜੋ ਰਿਐਕਸ਼ਨ ਸੀਗਾ ਤੁਹਾਡਾ, ਕਿ ਤੁਹਾਨੂੰ ਚੰਗਾ ਨਹੀਂ ਲੱਗਿਆ ਕਿ ਮੇਰੇ ਪਾਪਾ ਨੂੰ ਕੋਈ ਘੱਟ ਵੱਧ ਕਹੇ, ਤੇ ਤੁਸੀਂ ਜਿਹੜਾ ਹੈ ਆਪਣੀ ਅੰਦਰਲੀ ਜਿਹੜੀ ਸ਼ਕਤੀ ਹੈ ਉਸਨੂੰ ਪਹਿਚਾਣਿਆ ਤੇ ਲਿਖਣਾ ਸ਼ੁਰੂ ਕੀਤਾ। ਬੇਟਾ ਜੀ, ਹੋ ਸਕੇ ਤਾਂ ਸਾਨੂੰ ਇੱਕ ਕਹਾਣੀ ਵੀ ਸੁਣਾਓ। ਜ਼ਰੂਰ। ਖੂਬਸੂਰਤ ਕਹਾਣੀ ਦਾ ਰੰਗ ਬੰਨੋ ਕੋਈ ਵੀ। ਹਾਂਜੀ, ਮੈਂ ਹਾਂਜੀ ਇਹ ਕਹਾਣੀ ਵਰਕਸ਼ਾਪ ਦੇ ਉੱਤੇ ਲਿਖੀ ਸੀ। ਸਾਨੂੰ ਸਾਹਿਤ ਅਕੈਡਮੀ ਚੰਡੀਗੜ੍ਹ ਵੱਲੋਂ ਵਰਕਸ਼ਾਪ ਸਾਡੀ ਲਗਾਈ ਗਈ ਸੀ। ਉੱਥੇ ਸਾਨੂੰ ਕਾਫੀ ਸਾਰੇ ਜਿਹੜੇ ਸਿਰਲੇਖ ਦਿੱਤੇ ਗਏ ਸੀ, ਤੇ ਅਸੀਂ ਉਹਨਾਂ ਦੇ ਆਧਾਰ ਤੇ ਹੀ ਕੋਈ ਨਾ ਕੋਈ ਕਹਾਣੀ, ਕਵਿਤਾ, ਕੁਝ ਵੀ ਲਿਖਣਾ ਸੀ। ਤੇ ਉੱਥੇ ਜਾ ਕੇ ਮੈਨੂੰ ਜਿਹੜਾ ਟੌਪਿਕ ਮਿਲਿਆ ਸੀ, ਜਿਹੜਾ ਮੈਂ ਚੁਣਿਆ ਸੀ, ਉਹ ਸੀ ਜ਼ਿੰਦਗੀ ਰੰਗ ਬਰੰਗੀ। ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਉਹਨਾਂ ਦੀ ਕਹਾਣੀ ਪੜ੍ਹ ਕੇ ਮੈਨੂੰ ਲੱਗਿਆ ਕਿ ਵੀ ਮੈਂ ਨਵੀਂ ਟੀਨ ਸਟੋਰੀਜ਼ ਲਿਖਾਂ, ਤੇ ਮੈਨੂੰ ਹੁਣ ਤੱਕ ਦੀ ਆਪਣੀ ਸਭ ਤੋਂ ਵੱਖਰੀ ਕਹਾਣੀ ਲੱਗਦੀ ਆ। ਤੇ ਉਦੋਂ ਮੈਂ ਉਹ ਲਿਖੀ ਸੀ। ਤੇ ਕਹਾਣੀ ਦੀ ਸ਼ੁਰੂਆਤ ਕੁਛ ਏਦਾਂ ਹੁੰਦੀ ਹੈ ਕਿ ਇੱਕ ਆਦਮੀ ਜੋ ਕਿ ਬਹੁਤ ਮੰਨਿਆ ਹੁੰਦਾ, ਉਹ ਸਟੇਜ ਦੇ ਉੱਤੇ ਖੜ ਕੇ ਲੋਕਾਂ ਨੂੰ ਭਾਸ਼ਣ ਦੇ ਰਿਹਾ ਹੁੰਦਾ ਇਕੁਐਲਿਟੀ ਦੇ ਉੱਤੇ, ਕਿ ਸਾਨੂੰ ਹਰੇਕ ਨੂੰ ਇੱਕੋ ਜਿਹਾ ਮੰਨਣਾ ਚਾਹੀਦਾ। ਜਿਵੇਂ ਰੱਬ ਆਪਾਂ ਸਾਰਿਆਂ ਨੂੰ ਫੁੱਲਾਂ ਦੇ ਵਾਂਗ ਇਸ ਧਰਤੀ ਤੇ ਭੇਜਦਾ, ਤੇ ਧਰਤੀ ਫੁੱਲਾਂ ਦੀ ਕਿਆਰੀ ਹੁੰਦੀ ਹੈ। ਸਾਰੇ ਹੀ ਰੰਗ ਬਹੁਤ ਸੋਹਣੇ ਹੁੰਦੇ ਨੇ, ਪਰ ਹਰੇਕ ਦੀ ਕਿਸਮ ਅਲੱਗ ਹੁੰਦੀ ਹੈ। ਆਪਾਂ ਨੂੰ ਕਿਸੇ ਦੀ ਕਿਸਮ ਦੇਖ ਕੇ ਇੱਕ ਦੂਜੇ ਵਿੱਚ ਬਿਲਕੁਲ ਵੀ ਡਿਫਰੈਂਸ ਨਹੀਂ ਕਰਨਾ ਚਾਹੀਦਾ। ਤੇ ਸਾਰੇ ਉਸਦੀ ਸਪੀਚ ਖਤਮ ਹੋਣ ਤੋਂ ਬਾਅਦ ਵਿੱਚ ਸਾਰੇ ਤਾੜੀਆਂ ਮਾਰਦੇ ਨੇ, ਤੇ ਉੱਥੇ ਇੱਕ ਕੁੜੀ ਉੱਠ ਕੇ ਕਹਿੰਦੀ ਹੈ ਕਿ ਆਖਿਰ ਕੋਈ ਤਾਂ ਸਾਨੂੰ ਸਮਝਿਆ। ਤੇ ਉਸ ਤੋਂ ਬਾਅਦ ਵਿੱਚ ਥੋੜੇ ਦਿਨਾਂ ਬਾਅਦ ਉਸ ਇਨਸਾਨ ਦੀ ਪਰਸਨਲ ਸਟੋਰੀ ਸ਼ੁਰੂ ਹੁੰਦੀ ਹੈ ਕਿ ਉਹ ਜਿਹੜਾ ਹੁੰਦਾ, ਉਹ ਇੱਕ ਬੱਚਾ ਅਡਾਪਟ ਕਰਨਾ ਚਾਹੁੰਦਾ ਹੈ, ਜਿਹੜਾ
ਭਾਸ਼ਣ ਦੇ ਰਿਹਾ ਸੀ। ਉਸਦਾ ਨਾਮ ਹਰਮਨ ਸਿੰਘ ਸੀ। ਹਰਮਨ ਸਿੰਘ ਇੱਕ ਬੱਚਾ ਅਡਾਪਟ ਕਰਨਾ ਚਾਹੁੰਦਾ ਹੁੰਦਾ ਹੈ ਤੇ ਉਹ ਅਕਸਰ ਇਹ ਚੀਜ਼ ਦੇਖਦਾ ਕਿ ਮੈਂ ਇਹੋ ਜਿਹਾ ਬੱਚਾ ਲਵਾਂ ਜੋ ਕਿ ਸੋਹਣਾ ਵੀ ਹੋਵੇ ਤੇ ਸਿਆਣਾ ਵੀ ਹੋਵੇ। ਉਹ ਅਕਸਰ ਜਦ ਆਪਣੇ ਕੰਮ ਨੂੰ ਜਾਂਦਾ ਸੀ ਤਾਂ ਉਹਨੂੰ ਇੱਕ ਮੋੜ ਦੇ ਉੱਤੇ ਇੱਕ ਸੋਹਣੀ ਜਿਹੀ ਕੁੜੀ ਜੋ ਕਿ ਕਦੇ ਕਤੂਰਿਆਂ ਨੂੰ, ਕਦੇ ਡਬਲ ਰੋਟੀ ਦੇ ਟੁਕੜੇ ਪਾ ਰਹੀ ਹੁੰਦੀ ਸੀ, ਕਦੇ ਖਰਗੋਸ਼ਾਂ ਨਾਲ ਖੇਡਦੀ ਹੁੰਦੀ ਸੀ, ਕਦੇ ਪੰਛੀਆਂ ਨੂੰ ਦਾਣਾ ਪਾਉਂਦੀ ਹੁੰਦੀ ਸੀ, ਤਾਂ ਉਹ ਉਸਨੂੰ ਬਹੁਤ ਹੀ ਸੋਹਣੀ ਤੇ ਸਿਆਣੀ ਕੁੜੀ ਲੱਗਦੀ ਸੀ। ਤੇ ਉਹ ਜਦ ਵੀ ਉਸਨੂੰ ਬੁਲਾਉਣ ਜਾਂਦਾ ਸੀ ਨਾ, ਪਰ ਉਹ ਭੱਜ ਜਾਂਦੀ ਸੀ, ਘਬਰਾ ਜਾਂਦੀ ਸੀ ਤੇ ਭੱਜ ਜਾਂਦੀ ਸੀ। ਇੱਕ ਦਿਨ ਉਸਨੇ ਉਸੇ ਮੋੜ ਦੇ ਲਾਗੇ ਇੱਕ ਹੱਟੀ ਦੇ ਦੁਕਾਨਦਾਰ ਤੋਂ ਪੁੱਛਿਆ ਕਿ ਵੀ ਇਸ ਕੁੜੀ ਦੇ ਮੰਮੀ ਪਾਪਾ ਕਿੱਥੇ ਰਹਿੰਦੇ ਨੇ, ਤਾਂ ਉਹ ਦੱਸਦਾ ਕਿ ਇਸ ਕੁੜੀ ਦੇ ਮਾਪਿਓ ਨਹੀਂ ਹੈਗੇ, ਇਹ ਕੱਲੀ ਹੀ ਹੈ। ਤੇ ਉਸ ਦਿਨ ਹਰਮਨ ਸਿੰਘ ਸੀ ਬਹੁਤ ਖੁਸ਼ ਹੋ ਕੇ ਆਪਣੇ ਘਰ ਵਾਲੀ ਕੋਲ ਜਾਂਦਾ ਤੇ ਉਹ ਕਹਿੰਦਾ ਕਿ ਮੈਂ ਇੱਕ ਬਹੁਤ ਸੋਹਣੀ ਕੁੜੀ ਜੋ ਕਿ ਮੈਨੂੰ ਬਹੁਤ ਸਿਆਣੀ ਮਾਸੂਮ ਲੱਗਦੀ ਹੈ, ਮੈਨੂੰ ਪਤਾ ਲੱਗਿਆ ਕਿ ਉਹਦੇ ਮਾਪਿਓ ਨਹੀਂ ਹੈਗੇ ਤੇ ਮੈਂ ਚਾਹੁੰਦਾ ਕਿ ਆਪਾਂ ਉਸਨੂੰ ਅਡਾਪਟ ਕਰ ਲਈਏ। ਆਪਾਂ ਅਡਾਪਟ ਤਾਂ ਕਰਨਾ ਹੀ ਹੈ ਬੱਚਾ, ਕਿਸੇ ਸੰਸਥਾ ਨਾਲੋਂ ਆਪਾਂ ਜੇ ਉਸਨੂੰ ਕਰ ਲਈਏ ਕਿਉਂਕਿ ਉਹ ਮੈਨੂੰ ਬਹੁਤ ਵਧੀਆ ਲੱਗਦੀ ਹੈ। ਤੇ ਉਸਦੀ ਘਰ ਵਾਲੀ ਮੰਨ ਜਾਂਦੀ ਹੈ। ਅਗਲੇ ਦਿਨ ਜਾ ਕੇ ਜਦੋਂ ਉਸ ਕੁੜੀ ਦੇ ਨਾਲ ਗੱਲ ਕਰਦਾ ਹੈ ਤੇ ਉਹਨੂੰ ਕਹਿੰਦਾ ਕਿ ਵੀ ਬੇਟਾ ਵੀ ਤੁਸੀਂ ਕਿਵੇਂ ਹੋ, ਉਸਦਾ ਨਾਮ ਪੁੱਛਦਾ ਤਾਂ ਉਸਨੂੰ ਪਤਾ ਲੱਗਦਾ ਕਿ ਉਸ ਕੁੜੀ ਦਾ ਨਾਮ ਫਾਤਿਮਾ ਹੁੰਦਾ ਤੇ ਉਹ ਉਸ ਤੋਂ ਪੁੱਛਦਾ ਕਿ ਵੀ ਤੁਸੀਂ ਮਤਲਬ ਕਿਵੇਂ ਹੋ, ਕਿੱਥੇ ਹੋ। ਤੇ ਜਦ ਕੁੜੀ ਥੋੜਾ ਖੁੱਲਣ ਲੱਗਦੀ ਹੈ ਤੇ ਉਸ ਨਾਲ ਇਹ ਗੱਲ ਕਰਦਾ ਕਿ ਵੀ ਅਸੀਂ ਇੱਕ ਬੱਚਾ ਅਡਾਪਟ ਕਰਨਾ ਤੇ ਸਾਡੀ ਵੀ ਕਮੀ ਪੂਰੀ ਹੋ ਜਾਏਗੀ ਤੇ ਤੇਰੀ ਵੀ ਕਮੀ ਪੂਰੀ ਹੋ ਜਾਏਗੀ। ਤਾਂ ਕੁੜੀ ਇੱਕਦਮ ਡਰ ਕੇ ਉਸਨੂੰ ਕਹਿੰਦੀ ਹੈ, ਮੈਂ ਤਾਂ ਬਹੁਤ ਖੁਸ਼ ਹਾਂ ਤੁਹਾਡੀ ਧੀ ਬਣ ਕੇ, ਪਰ ਮੈਨੂੰ ਡਰ ਹੈ ਕਿ ਤੁਸੀਂ ਮੈਨੂੰ ਕਦੇ ਵੀ ਐਕਸੈਪਟ ਨਹੀਂ ਕਰੋਗੇ। ਤੇ ਉਹ ਕਹਿੰਦਾ ਕਿ ਬੇਟੇ ਐਵੇਂ ਦਾ ਕੁਝ ਨਹੀਂ ਹੈ, ਮੈਂ ਥੋੜੇ ਦਿਨ ਪਹਿਲਾਂ ਹੀ ਭਾਸ਼ਣ ਦੇ ਕੇ ਹਟਿਆ, ਮੈਨੂੰ ਹਰ ਬੰਦਾ ਇੱਕੋ ਜਿਹਾ ਹੀ ਲੱਗਦਾ ਹੈ, ਮੈਨੂੰ ਕੋਈ ਫਰਕ ਨਹੀਂ ਲੱਗਦਾ ਕਿਸੇ ਵਿੱਚ। ਜੇ ਤੂੰ ਹਿੰਦੂ ਹੈ, ਜੇ ਤੂੰ ਮੁਸਲਮਾਨ ਹੈ, ਮੈਨੂੰ ਉਸ ਤੋਂ ਕੋਈ ਫਰਕ ਨਹੀਂ, ਤੂੰ ਮੇਰੀ ਧੀ ਹੀ ਹੋਵੇਂਗੀ, ਆਪਣਾ ਖੂਨ ਤਾਂ ਇੱਕੋ ਹੀ ਹੈ। ਤੇ ਉਹ ਕੁੜੀ ਕਹਿੰਦੀ ਹੈ ਨਹੀਂ ਤੁਸੀਂ ਫੇਰ ਵੀ ਨਹੀਂ ਮੰਨਣਾ। ਉਹ ਉਸਨੂੰ ਫਿਰ ਤੋਂ ਕਹਿੰਦਾ ਕਿ ਜੇ ਤੈਨੂੰ ਲੱਗਦਾ ਕਿ ਮੈਂ ਜਾਤ ਪਾਤ 'ਚ ਯਕੀਨ ਕਰਦਾ, ਮੈਂ ਉਹ ਵੀ ਨਹੀਂ ਕਰਦਾ। ਤੇ ਉਹ ਫਿਰ ਤੋਂ ਕਹਿੰਦੀ ਹੈ ਕਿ ਵੀ ਤੁਸੀਂ ਮੈਨੂੰ ਨਹੀਂ ਅਪਣਾਉਣਾ। ਤੁਸੀਂ ਉਹ ਬੰਦਾ ਉਸਨੂੰ ਠਰਮੇ ਨਾਲ ਕਹਿੰਦਾ ਹੈ ਕਿ ਵੀ ਕੋਈ ਨਾ, ਮੈਂ ਤੈਨੂੰ ਇੱਕ ਦਿਨ ਦਿੱਤਾ, ਤੂੰ ਮੈਨੂੰ ਸੋਚ ਕੇ ਦੱਸਦੀ ਅਗਲੇ ਦਿਨ। ਤੇ ਅਗਲੇ ਦਿਨ ਉਹ ਕੁੜੀ ਆਪਣੇ ਮਨ ਵਿੱਚ ਹੀ ਸੋਚਦੀ ਹੈ ਕਿ ਜੇ ਇਹਨਾਂ ਨੇ ਭਾਸ਼ਣ ਦਿੱਤਾ ਸੀ, ਇਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਰੰਗ ਬਰੰਗੇ ਫੁੱਲਾਂ ਸੀ, ਕੀ ਹੋਇਆ ਜੇ ਮੇਰਾ ਰੰਗ ਅਲੱਗ ਹੀ ਹੋਇਆ, ਪਰ ਉਹ ਮੈਨੂੰ ਅਪਣਾਉਣਗੇ ਤੇ ਮੇਰਾ ਧਿਆਨ ਰੱਖਣਗੇ। ਤੇ ਅਗਲੇ ਦਿਨ ਜਦੋਂ ਕੁੜੀ ਫਿਰ ਤੋਂ ਉਹਨਾਂ ਨੂੰ ਮਿਲਦੀ ਹੈ ਤੇ ਉਹਨਾਂ ਨੂੰ ਕਹਿੰਦੀ ਹੈ ਕਿ ਮੈਂ ਤਿਆਰ ਹਾਂ। ਤੇ ਉਹ ਹਰਮਨ ਸਿੰਘ ਪੁੱਛਦਾ ਵੀ ਫਿਰ ਤੂੰ ਇੰਨਾ ਘਬਰਾਉਂਦੀ ਕਿਉਂ ਸੀ। ਤਾਂ ਉਦੋਂ ਉਹ ਕੁੜੀ ਆਪਣੀ ਸੱਚਾਈ ਦੱਸਦੀ ਹੈ। ਅਸਲ ਵਿੱਚ ਉਹ ਜਿਹੜੀ ਕੁੜੀ ਹੁੰਦੀ ਹੈ ਉਹ ਟਰਾਂਸਜੈਂਡਰ ਹੁੰਦੀ ਹੈ ਤੇ ਉਸਨੂੰ ਇਸੇ ਕਰਕੇ ਹੀ ਬਾਅਦ ਵਿੱਚ ਕੋਈ ਅਪਣਾਉਂਦਾ ਨਹੀਂ, ਉਹਦੇ ਮਾਪਿਓ ਦੇ ਮਰਨ ਤੋਂ ਬਾਅਦ ਵਿੱਚ, ਤੇ ਨਾ ਹੀ ਉਸਨੂੰ ਕੋਈ ਸੰਸਥਾ ਆਪਣੇ ਕੋਲ ਰੱਖਦੀ ਹੈ। ਤੇ ਇਹ ਗੱਲ ਸੁਣ ਕੇ ਹਰਮਨ ਸਿੰਘ ਵੀ ਅੱਗ ਬਬੂਲਾ ਹੋ ਜਾਂਦਾ ਤੇ ਉਹਨੂੰ ਕਹਿੰਦਾ ਕਿ ਵੀ ਮੰਨਿਆ ਵੀ ਮੈਂ ਇਨਸਾਨਾਂ ਨੂੰ ਕਿਹਾ ਸੀ, ਪਰ ਤੁਸੀਂ ਤਾਂ, ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਤੁਸੀਂ ਕੁੜੀ ਹੋ ਜਾਂ ਮੁੰਡਾ, ਤਾਂ ਮੈਂ ਤੈਨੂੰ ਆਪਣੀ ਧੀ ਬਣਾਵਾਂ ਕਿ ਪੁੱਤ, ਮੈਨੂੰ ਇਹ ਤਾਂ ਪਤਾ ਹੀ ਨਹੀਂ। ਤੇ ਉਸ ਤੋਂ ਬਾਅਦ ਵਿੱਚ ਉਹ ਇਹਨੇ ਉਸਦੀ ਸਾਰਿਆਂ ਦੇ ਸਾਹਮਣੇ ਬੇਇੱਜ਼ਤੀ ਕਰਕੇ ਹਰਮਨ ਸਿੰਘ ਆ ਜਿਹੜਾ ਚਲਾ ਜਾਂਦਾ ਤੇ ਉਹ ਜਿਹੜੀ ਕੁੜੀ ਆ ਮੁੜ ਆਪਣੇ ਘਰ ਵਿੱਚ ਜਾਂਦੀ ਆ ਤੇ ਉਹ ਇਸ ਰੰਗ ਬਰੰਗੀ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਬਲੈਕ ਐਂਡ ਵਾਈਟ ਫੀਲ ਕਰਦੀ ਆ। वाह जी वाह, वाह जी सचमुच सीरत बहुत खूबसूरत बेटा जी, बहुत खूबसूरत। शुक्र। मेरा दिल कर रहा है कि ਤੈਨੂੰ ਇੱਕ ਨਿੱਕ ਭਰੀ ਗਲਵੱਕੜੀ ਚ ਲੈ ਲਵਾਂ। ਇੰਨਾ ਮੈਂ ਸੁਣ ਕੇ ਭਾਵੁਕ ਹੋਈ। ਵਾਕਈ ਬੇਟਾ ਏਡੀ ਛੋਟੀ ਉਮਰ ਦੇ ਵਿੱਚ ਏਡੀ ਵੱਡੀ ਸੋਚ ਰੱਖਣ ਲਈ ਤੈਨੂੰ ਸਿਜਦਾ ਪੁੱਤਰ ਜੀ, ਤੈਨੂੰ ਸਲਾਮ ਹੈ। ਤੇ ਸਾਨੂੰ ਦਿਸ ਰਿਹਾ ਹੈ ਕਿ ਜਿਹੜਾ ਭਵਿੱਖ ਹੈ ਉਹ ਬਹੁਤ ਰੌਸ਼ਨਮਈ ਹੈ ਤੇ ਬਹੁਤ ਜਲਦੀ ਮੇਰੇ ਖਿਆਲ ਸਤਪਾਲ ਵੀਰ ਜੀ ਇਸੇ ਟੀਮ ਦੇ ਵਿੱਚ ਸ਼ਾਮਿਲ ਨੇ ਕਿ ਬਹੁਤ ਜਲਦੀ ਉਹ ਮੁਕਾਮ ਆਉਣ ਵਾਲਾ ਹੈ ਪੁੱਤਰ ਜੀ, ਜਦੋਂ ਅੱਜ ਜੋ ਸੀਰਤ ਨੂੰ ਅਸੀਂ ਸਤਪਾਲ ਭਿੱਖੀ ਦੀ ਬੇਟੀ ਕਹਿ ਰਹੇ ਹਾਂ, ਬਹੁਤ ਛੇਤੀ ਉਹ ਸਮਾਂ ਆਏਗਾ ਜਦੋਂ ਸਤਪਾਲ ਵੀਰ ਜੀ ਦੀ ਪਹਿਚਾਨ ਸੀਰਤਪਾਲ ਦੇ ਪਾਪਾ ਦੇ ਨਾਮ ਤੇ ਹੋਣ ਵਾਲੀ ਹੈ। ਇੰਨਾ ਖੂਬਸੂਰਤ ਤੁਸੀਂ ਲਿਖਦੇ ਹੋ, ਜੁਗ ਜੁਗ ਜਿਓ ਬੇਟਾ ਜੀ, ਇਸੇ ਤਰ੍ਹਾਂ ਹੀ ਲਿਖਦੇ ਰਹੋ। ਅੱਛਾ ਪੁੱਤਰ ਜੀ, ਤੁਸੀਂ ਇੱਕ ਛੋਟਾ ਜਿਹਾ ਸਵਾਲ ਫੇਰ ਹੈ
ਕਿ ਸੀਰਤ ਤੁਹਾਡਾ ਨਾਮ ਹੈ ਹਨਾ? हाँ ਪਤਾ जी। ਸੀਰਤ ਕੀ ਹੁੰਦੀ ਹੈ? हाँ जी। ਹਾਂਜੀ, ਚਲੋ ਦੱਸੋ ਫਿਰ, ਤੁਸੀਂ ਆਪ ਹੀ ਦੱਸੋ। ਇਹ ਮਨ ਦੀ ਖੂਬਸੂਰਤੀ ਕਹਿ ਸਕਦੇ ਹਾਂ ਆਪਾਂ ਆਪਣੇ ਜੀ। ਬਿਲਕੁਲ, ਬਿਲਕੁਲ। ਤੁਹਾਡੀ ਕਹਾਣੀ ਸੁਣਦੇ ਮੇਰੇ ਦਿਮਾਗ 'ਚ ਇਹ ਗੱਲ ਆਈ ਕਿ ਸੱਚਮੁੱਚ ਹੀ ਸੀਰਤ ਸੀਰਤ ਹੈ। ਸੱਚਮੁੱਚ ਹੀ ਤੁਸੀਂ ਆਪਦੇ ਨਾਮ ਨੂੰ ਸਾਰਥਕ ਕਰਦੇ ਹੋ। ਜਿਉਂਦੇ ਵਸਦੇ ਰਹਿਣ ਤੁਹਾਡੇ ਮਾਪੇ, ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਤੇ ਸੀਰਤ ਨਾਮ ਰੱਖਿਆ। ਇਸੇ ਤਰ੍ਹਾਂ ਹੀ ਆਪਣੀਆਂ ਰਚਨਾਵਾਂ ਕਰਦੇ ਰਹੋ ਤੇ ਸਾਹਿਤ ਨੂੰ ਮਾਲਾਮਾਲ ਕਰਦੇ ਰਹੋ। ਅੱਛਾ ਬੇਟਾ ਜੀ, ਤੁਹਾਡੀਆਂ ਕਵਿਤਾਵਾਂ ਦੀ ਡਿਮਾਂਡ ਹੋ ਰਹੀ ਹੈ हाँ ਬਾਰ-ਬਾਰ। जी। ਚਲੋ ਫਿਰ ਕਰੋ, ਸਭ ਨੂੰ ਨਿਹਾਲ 1-2 ਕਵਿਤਾਵਾਂ ਹੋਰ ਸੁਣਾਓ, ਸੋਹਣੀਆਂ ਜਿਹੀਆਂ, ਜੋ ਤੁਹਾਡਾ ਦਿਲ ਕਰਦਾ ਹੈ। हाँ ਉਸ जी। ਤੋਂ ਬਾਅਦ ਤੁਹਾਡੇ ਤੋਂ ਇੱਕ ਗੀਤ ਸੁਣਨਾ ਹੈ, ਕਿਉਂਕਿ ਮੈਂ ਤੁਹਾਨੂੰ ਗਾਉਂਦੇ ਸੁਣਿਆ ਬੇਟਾ ਜੀ, ਬਹੁਤ ਸੋਹਣੀ ਆਵਾਜ਼ ਹੈ ਤੁਹਾਡੀ। हाँ जी। ਹਾਂ, ਮੇਰੀ ਕਵਿਤਾ ਦਾ ਨਾਮ ਹੈ ਬੂੰਦ। ਸਮੁੰਦਰ ਤੋਂ ਵੀ ਜ਼ਿਆਦਾ ਫੈਲ ਗਿਆ ਹੈ ਇਹ ਜ਼ਖਮ, ਉਮੀਦ ਵੀ ਨਹੀਂ ਕਿ ਸੂਰਜ ਸੁਕਾ ਸਕੇ ਇਸ ਨੂੰ। ਪਰ ਮਾਂ ਤਾਂ ਕਹਿੰਦੀ ਸੀ ਸਮੁੰਦਰ ਵਿੱਚ ਰਹਿੰਦੀ ਜਲ ਪਰੀ ਹੁੰਦੀ ਹੈ ਅਪਸਰਾ, ਪਰ ਅਪਸਰਾ ਦੀ ਵੀ ਤਾਂ ਕੋਈ ਹੋਂਦ ਨਹੀਂ ਇੰਦਰ ਦੇ ਦਰਬਾਰ ਵਿੱਚ। ਵਾਹ ਜੀ ਵਾਹ। ਮੇਰੀ ਦੂਜੀ ਕਵਿਤਾ ਦਾ ਨਾਮ ਹੈ ਭਗਤ। ਅੱਜ ਹਾਂਜੀ, ਤਾਂ ਭਗਤ ਸਿੰਘ ਟੁਕੜਿਆਂ ਵਿੱਚ ਮਿਲਦਾ ਹੈ, ਹਿੰਦੂਆਂ ਦਾ ਭਗਤ ਤੇ ਸਿੱਖਾਂ ਦਾ ਸਿੰਘ। ਦੂਰ ਇਹ ਸਭ ਵੇਂਦਾ ਅਸਲੀ ਭਗਤ ਫਿਰ ਛੂੰਦਾ ਹੈ ਫਾਂਸੀ ਵਾਲੇ ਫੰਦੇ ਨੂੰ, ਤੇ ਹੁਣ ਵਾਹ ਜੀ, ਉਸ ਦਾ ਜਲਾਦ ਅੱਜ ਦਾ ਸਮਾਦ ਬਣ ਚੁੱਕਿਆ ਹੈ। ਭਗਤ ਅਸਲ ਵਿੱਚ ਜਿਨ੍ਹਾਂ ਦਾ ਹੈ ਉਹ ਰੂੜੀਆਂ, ਫੁੱਟਪਾਥਾਂ, ਝੁੱਗੀਆਂ ਵਿੱਚ ਰੁਲਦੇ ਭਗਤ ਦੀ ਹੋਂਦ ਤੋਂ ਅਣਜਾਣ ਹਨ। ਵਾਹ ਜੀ ਵਾਹ ਬੇਟਾ ਜੀ, ਵਾਹ ਜੀ ਵਾਹ, ਬੇਹੱਦ ਖੂਬਸੂਰਤ, ਬਹੁਤ ਖੂਬਸੂਰਤ ਪੁੱਤਰ ਜੀ। ਬਾਰ-ਬਾਰ ਤੁਹਾਨੂੰ ਦੁਆਵਾਂ ਦੇਣ ਨੂੰ ਦਿਲ ਕਰਦਾ ਹੈ। ਅਸੀਂ ਹਾਂ ਹੀ ਲਾਈਵ, ਜੇ ਕਿਤੇ ਸਨਮੁਖ ਹੁੰਦੇ ਤਾਂ ਜ਼ਰੂਰ ਤੁਹਾਨੂੰ ਇੱਕ ਨਿੱਘ ਭਰੀ ਗਲਵੱਕੜੀ ਦਿੰਦੀ ਕਿ ਸ਼ਾਇਦ ਸੀਰਤ ਵਰਗੀ ਸੀਰਤ ਕਿਤੇ ਨਾ ਕਿਤੇ ਸਾਡੇ ਅੰਦਰ ਵੀ ਆ ਜਾਏ। ਬੇਟਾ ਅੱਜ ਤਾਂ ਤੁਸੀਂ ਸਾਡੇ ਪ੍ਰੇਰਨਾ ਸਰੋਤ ਬਣ ਰਹੇ ਹੋ, ਛੋਟੇ ਬੱਚਿਆਂ ਦੀ ਪ੍ਰੇਰਨਾ ਤਾਂ ਤੁਸੀਂ ਬਣਨਾ ਹੀ ਬਣਨਾ ਹੈ ਹਨਾ। ਤਾਂ ਸਾਨੂੰ ਵੀ ਲੱਗ ਰਿਹਾ ਹੈ ਕਿ ਸਮਥਿੰਗ ਕੁਛ ਹੈ। ਮੈਂ ਆਪਦੇ ਆਪ ਨੂੰ ਵਡਭਾਗੀ ਸਮਝ ਰਹੀ ਹਾਂ ਤੇ ਸਾਰੀ ਪ੍ਰਬੰਧਕੀ ਟੀਮ ਦਾ ਮੈਂ ਸ਼ੁਕਰੀਆ ਅਦਾ ਕਰਦੀ ਹਾਂ ਕਿ ਅੱਜ ਸੀਰਤ ਨਾਲ ਗੱਲ ਕਰਨ ਦਾ ਮੈਨੂੰ ਮੌਕਾ ਦਿੱਤਾ ਤੇ ਮੇਰੀ ਵੀ ਸੀਰਤ ਸ਼ਾਇਦ ਕੋਈ ਨਿਖਾਰ ਆ ਜਾਵੇ। ਇਸ ਬੱਚੀ ਨੂੰ ਦੇਖ ਕੇ ਮੈਨੂੰ ਵੀ ਲੱਗਦਾ ਹੈ ਕਿ ਕੁਝ ਹੈ ਇਸ ਦੇ ਅੰਦਰ, ਕੋਈ ਐਸੀ ਚਿਨੰਗ, ਕੋਈ ਐਸੀ ਰੂਹ ਹੈ ਇਹ ਕਿ ਜੋ ਵਾਕਿਆ ਹੀ ਦੂਸਰੀਆਂ ਰੂਹਾਂ ਨੂੰ ਰੋਸ਼ਨੀ ਦੇਵੇਗੀ। ਬਹੁਤ ਵਧੀਆ ਬੇਟਾ, ਬਹੁਤ ਹੀ ਵਧੀਆ। ਇਸ ਤੋਂ ਪਹਿਲਾਂ ਕਿ ਅਸੀਂ ਸੀਰਤ ਤੋਂ ਗੀਤ ਸੁਣੀਏ, ਕੋਈ ਵੀ ਪ੍ਰਬੰਧਕੀ ਟੀਮ ਦੇ ਵਿੱਚੋਂ ਕੋਈ ਵੀ ਮੈਂਬਰ ਸਾਹਿਬਾਨ ਸੀਰਤ ਨੂੰ ਕੋਈ ਸਵਾਲ ਕਰਨਾ ਚਾਹੁੰਦਾ ਹੋਵੇ ਜਾਂ ਸੀਰਤ ਬਾਰੇ ਕੁਝ ਕਹਿਣਾ ਚਾਹੁੰਦੇ ਹੋਣ ਜੀ? ਚਲੋ ਫਿਰ ਬੇਟਾ ਉਨੀ ਦੇਰ ਆਪਾਂ ਗੀਤ ਸੁਣਦੇ ਹਾਂ ਫਿਰ ਹਨਾ। ਗੀਤ ਤੋਂ ਬਾਅਦ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਕੋਈ ਵੀ ਸਵਾਲ, ਕੋਈ ਵੀ ਗੱਲ ਜੋ ਤੁਸੀਂ ਸੀਰਤ ਨਾਲ ਕਰਨੀ ਚਾਹੁੰਦੇ ਹੋ ਕਰ ਸਕਦੇ ਹੋ। ਤੇ ਸੀਰਤ ਮੈਂ ਹਾਂਜੀ ਮੈਂ ਇੱਕ ਗੱਲ ਕਰਨ ਚਾਹੁੰਦਾ ਸੀਗਾ ਜੀ। ਹਾਂਜੀ ਬਿਲਕੁਲ ਬਿਲकुल ਬਿਲकुल, ਤੁਹਾਨੂੰ ਇਜਾਜ਼ਤ ਹੈ ਜੀ। ਹਾਂ, ਜਿਹੜੀ ਸੀਰਤਪਾਲ ਨੇ ਕਹਾਣੀ ਸੁਣਾਈ ਹੈ ਟਰਾਂਸਜੈਂਡਰ ਤੇ, ਹਾਂਜੀ ਤਾਂ ਮੈਂ ਇਹ ਸੋਚਦਾ ਨਾ ਕਿ ਅਸੀਂ ਕਹਾਣੀ ਦਾ ਪਾਤਰ ਕਿੱਥੋਂ ਲੈਂਦੇ ਆ। ਤੇ ਇਹ ਕਹਾਣੀ ਇਹਨੇ ਮਤਲਬ ਕਿਤੇ ਮਤਲਬ ਪ੍ਰੋਗਰਾਮ ਹੋਇਆ ਸੀ ਉੱਥੇ ਮਤਲਬ ਸੁਣਾਈ ਸੀ। ਤਾਂ ਹੁਣ ਮੈਂ ਸੋਚ ਰਿਹਾ ਸੀ ਵੀ ਸਾਡੇ ਮੰਨ ਲਓ ਘਰ ਦੇ ਨੇੜੇ ਖੁਸਰੇ ਨੱਚਣ ਆਏ ਸੀਗੇ ਓਕੇ ਤੇ ਕਿਸੇ ਬੱਚੇ ਦਾ ਮਤਲਬ ਜਨਮ ਸੀਗਾ, ਤਾਂ ਅਸੀਂ ਸਾਰੇ ਦੇਖਣ ਗਏ। ਤਾਂ ਉੱਥੇ ਮਤਲਬ ਸੀਰਤ ਵੀ ਨਾਲ ਗਈ ਸਾਡੇ, ਤੇ ਅਸੀਂ ਬਹੁਤ ਮਤਲਬ ਇੰਜੋਏ ਕੀਤਾ, ਖੁਸ਼ੀ ਮਨਾਈ ਹੈ ਨਾ। ਤਾਂ ਜਿਵੇਂ ਉਹਨਾਂ ਨੇ ਸ਼ਗਨ ਲੈਣਾ ਹੁੰਦਾ, ਨੱਚਣਾ ਹੁੰਦਾ, ਸਾਰਾ ਕੁਝ ਹੋਇਆ। ਤੇ ਉਸ ਤੋਂ ਬਾਅਦ ਚਲੋ ਇਹ ਗੱਲ ਆਈ ਗਈ ਹੋਗੀ, ਤੇ ਜਦੋਂ ਵਰਕਸ਼ਾਪ ਲਾਈ, ਅਸੀਂ ਕਹਾਣੀ ਵਾਸਤੇ ਬੱਚਿਆਂ ਨੂੰ ਕਿਹਾ, ਬਹੁਤ ਸਾਰੇ ਬੱਚੇ ਸੀਗੇ ਉਦੋਂ, ਤਾਂ ਇਹਨੇ ਕਹਾਣੀ ਲਿਖੀ। ਤੇ ਮੈਂ ਆਖਿਆ ਮੈਂ ਯਾਰ ਸੀਰਤ ਤੂੰ ਇਹ ਤੇਰੇ ਵਿਸ਼ਾ ਗੇੜ 'ਚ ਕਿਵੇਂ ਆਇਆ? ਤਾਂ ਫਿਰ ਇਹਨੇ ਮੈਨੂੰ ਮਤਲਬ ਕਈ ਮਹੀਨਿਆਂ ਬਾਅਦ ਪਹਿਲਾਂ ਦੀ ਘਟਨਾ ਦੱਸੀ ਕਿ ਇਸ ਤਰ੍ਹਾਂ ਕਰਕੇ ਜਦੋਂ ਆਪਾਂ ਫਲਾਣੇ ਅੰਕਲ ਦੇ ਘਰ ਗਏ ਸੀ, ਉਹਨਾਂ ਦੇ ਬੇਟਾ ਹੋਇਆ ਸੀ, ਉਹਦੇ 'ਚ ਜਿਹੜੀ ਇੱਕ ਲੜਕੀ ਨੱਚ ਰਹੀ ਸੀ, ਵੀ ਮੈਂ ਉਹਦੇ ਨਾਲ ਥੋੜੀ ਜਿਹੀ ਗੱਲ ਕੀਤੀ ਸੀ। ਤਾਂ ਇਹ ਮਤਲਬ ਕਹਾਣੀ ਦੇ ਪਾਤਰ ਕਿੱਥੋਂ ਆਉਂਦੇ ਨੇ, ਕਹਾਣੀ ਦੀ ਮੌਲਿਕਤਾ ਕਿੱਥੇ ਪਈ ਹੈ। ਤਾਂ ਮੈਨੂੰ ਉਦੋਂ ਲੱਗਿਆ ਸੀ ਵੀ ਜਦੋਂ ਇਹਨੇ ਪਹਿਲਾਂ ਬਾਲ ਰਚਨਾਵਾਂ ਲਿਖੀਆਂ ਨੇ, ਇਹ ਉਦੋਂ ਵੀ ਇਸ ਤਰ੍ਹਾਂ ਪਾਤਰ ਘੜਦੀ ਸੀ। ਤਾਂ ਮੈਨੂੰ ਲੱਗਿਆ ਕਿ ਹਾਂ ਬੱਚਾ ਕਹਾਣੀ ਲਿਖ ਸਕਦਾ।
ਇਹ ਅਸਲ 'ਚ ਇੰਨੀ ਕੁ ਘੁੰਡੀ ਹੁੰਦੀ ਹੈ ਮੌਲਿਕ ਸਿਰਜਣ ਦੀ। ਤੇ ਦੂਜੀ ਮੈਨੂੰ ਇਹਦੀ ਇੱਕ ਗੱਲ ਮੈਂ ਮਤਲਬ ਘਟਨਾ ਸਾਂਝੀ ਕਰਦਾ ਕਿ ਜਦੋਂ ਇਹ ਪਟਿਆਲੇ ਆ ਕੇ 6ਵੀਂ 'ਚ ਦਾਖਲ ਹੋਈ ਤਾਂ ਕਿਉਂਕਿ ਬੱਚਿਆਂ ਨਾਲ ਨਵੇਂ ਬੱਚਿਆਂ ਨਾਲ ਦੋਸਤੀ ਸੀ ਇਹਦੀ, ਤਾਂ ਉਦੋਂ ਇਹ ਇੱਕ ਐਕਸਪੈਰੀਮੈਂਟ ਦੇ ਦੌਰ 'ਚ ਸੀ ਵੀ ਕਿਹਨੂੰ ਸਹੇਲੀ ਬਣਾਇਆ ਜਾਵੇ, ਕਿਸ ਤਰ੍ਹਾਂ। ਇਹਨੇ ਕੁਝ ਕਹਾਣੀਆਂ ਵੀ ਲਿਖੀਆਂ, ਸੀਕ੍ਰੇਟ ਵਰਗੀਆਂ ਕਹਾਣੀਆਂ ਲਿਖੀਆਂ, ਜਾਂ ਭੀਖੀ ਤੋਂ ਪਟਿਆਲਾ। ਪਰ ਜਿਹੜੀ ਮੈਂ ਗੱਲ ਕਰਨੀ ਕਿ ਇੱਕ ਵਾਰੀ ਇਹ ਬੜੀ ਮਾਯੂਸ ਜਿਹੀ ਹੋ ਕੇ ਘਰ ਆਈ ਤੇ ਕਹਿੰਦੀ ਪਾਪਾ ਵੀ ਕੁਝ ਸਹੇਲੀਆਂ ਮੈਨੂੰ ਛੱਡਣਾ ਚਾਹੁੰਦੀਆਂ ਨੇ। ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ 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 ਵੀਰ ਜੀ, ਬਿਲਕੁਲ ਆ ਰਹੀ ਹੈ। ਮੈਂ ਕਿਹਾ ਬੇਟੇ ਗੱਲ ਕੀ ਹੈ? ਕਹਿੰਦੇ ਵੀ ਇਸ ਤਰ੍ਹਾਂ ਕਰਕੇ ਵੀ ਇੱਕ ਮੁਸਲਿਮ ਕੁੜੀ ਸਾਡੇ ਸਕੂਲ 'ਚ ਦਾਖਲ ਹੋਈ ਹੈ ਤੇ ਵੀ ਸਾਰੇ ਉਹ ਤੋਂ ਦੂਰ ਰਹਿੰਦੇ ਨੇ, ਤੇ ਕਹਿੰਦੇ ਵੀ ਮੈਂ ਉਹਦੇ ਨਾਲ ਦੋਸਤੀ ਬਣਾ ਲਈ ਤੇ ਵੀ ਦੂਸਰੇ ਕੁੜੀਆਂ ਮੈਨੂੰ ਇਹ ਕਹਿੰਦੇ ਨੇ ਸਾਡੀ, ਅਸੀਂ ਇੰਨੇ ਜਣੇ ਆ, ਜਾਂ ਤਾਂ ਤੂੰ ਸਾਡੀ ਸਹੇਲੀ ਬਣ ਤੇ ਨਹੀਂ ਤਾਂ ਫਿਰ ਅਸੀਂ ਤੈਨੂੰ ਛੱਡ ਦਿਆਂਗੇ। ਤੇ ਕਹਿੰਦੀ ਪਾਪਾ ਵੀ ਮੈਂ ਉਸ ਕੁੜੀ ਨਾਲ ਆਪਣੀ ਦੋਸਤੀ ਬਣਾ ਲਈ, ਹੁਣ ਦੂਸਰੇ ਬੱਚੇ ਮੈਨੂੰ ਛੱਡਣਗੇ। ਮੈਨੂੰ ਲੱਗਿਆ ਕਿ ਜਿਹੜੀਆਂ ਇਹ ਗੱਲਾਂ ਨੇ ਇਹ ਬਹੁਤ ਸੂਖਮ ਗੱਲਾਂ ਨੇ। ਜਦੋਂ ਬੱਚਾ ਇਹਨਾਂ ਨੂੰ ਫੇਸ ਕਰਨ ਲੱਗਿਆ ਤਾਂ ਉਹਦੇ ਵਿੱਚ ਕ੍ਰੀਏਟੀਵਿਟੀ ਆ ਜਾਂਦੀ ਹੈ ਤੇ ਇਹ ਮੈਨੂੰ ਲੱਗਦਾ ਕਿ ਇਹਦੇ ਵਿੱਚ ਇਸ ਤਰ੍ਹਾਂ ਦੀ ਊਰਜਾ ਪਈ ਹੈ ਕਿ ਇਹਨੂੰ ਇਹ ਡਿਵੈਲਪ ਕਰ ਸਕਦੀ ਹੈ। ਬਿਲਕੁਲ, ਇਹ ਗੱਲ ਕਰਨੀ ਸੀ। ਹਾਂਜੀ ਬਿਲਕੁਲ ਵੀਰ ਜੀ, ਗੱਲ ਇਹੀ ਹੁੰਦੀ ਹੈ ਕਿ ਜਦੋਂ ਅਸੀਂ ਬੱਚੇ ਦੇ ਅੰਦਰ ਨੂੰ ਸਮਝ ਲਈਏ, ਉਹਦੇ ਅੰਦਰ ਪਈ ਵਿਲੱਖਣਤਾ ਨੂੰ ਪੇਸ਼ ਕਰਨ ਦਾ ਉਹਨੂੰ ਮੌਕਾ ਦੇ ਦਈਏ ਤੇ ਉਸਨੂੰ ਇੱਕ ਰਾਹ ਦੇ ਦਈਏ, ਤਾਂ ਉਹ ਬੱਚੇ ਜਿਹੜੀ ਹੈ ਆਪਣੀ ਵਿਲੱਖਣਤਾ ਨੂੰ ਪੇਸ਼ ਕਰ ਦਿੰਦੇ ਨੇ। ਬਹੁਤ ਸਾਰੇ ਇਸ ਤਰ੍ਹਾਂ ਦੇ ਬੱਚੇ ਹੋਣਗੇ ਜਿਨ੍ਹਾਂ ਨੂੰ ਸ਼ਾਇਦ ਆਪਦੇ ਮਨ ਦੀਆਂ ਕਹਿਣ ਦਾ ਮੌਕਾ ਨਾ ਮਿਲਿਆ ਹੋਵੇ। ਆਪਾਂ ਸਾਰੇ ਹੀ ਅਧਿਆਪਕ ਹਾਂ ਤੇ ਆਪਾਂ ਸਾਰੇ ਹੀ ਉਪਰਾਲਾ ਕਰਦੇ ਹਾਂ ਕਿ ਇਹਨਾਂ ਬੱਚਿਆਂ ਨੂੰ ਆਪਾਂ ਚਿੰਨ੍ਹ ਦਿਖ ਸਕੀਏ, ਤਾਂ ਕਿ ਸੀਰਤ ਵਰਗੀਆਂ ਜਿਹੜੀ ਸੂਝ ਹੈ, ਜਿਹੜੀ ਸਿਆਣਪ ਹੈ, ਉਹ ਸਾਡੇ ਬੱਚਿਆਂ ਦੇ ਵਿੱਚ ਆਵੇ। ਨਹੀਂ ਤਾਂ ਅੱਜ ਕੱਲ੍ਹ ਸਾਡੇ ਬੱਚਿਆਂ 'ਚ ਸਭ ਕੁਝ ਮਨਫੀ ਹੁੰਦਾ ਜਾ ਰਿਹਾ ਹੈ। ਬੜਾ ਦੁਖਾਂਤ ਹੈ ਸਾਡਾ ਇਹ। ਮੈਂ ਸੀਰਤ ਨੂੰ ਮਿਲ ਕੇ ਅੱਜ ਜਿਵੇਂ ਸੱਚੀ ਦਿਲੋਂ ਗਦਗਦ ਹੋ ਗਈ ਕਿ ਹਜੇ ਸਾਡਾ ਭਵਿੱਖ ਜਿਉਂਦਾ ਹੈ, ਹਲੇ ਸਾਡਾ ਸਾਹਿਤ ਜਿਹੜਾ ਹੈ ਉਹ ਸਾਹ ਲੈ ਰਿਹਾ ਹੈ ਇਸ ਬੱਚੀ ਤੋਂ। ਮੈਨੂੰ ਲੱਗ ਰਿਹਾ ਕਿਉਂਕਿ ਆਪਣੀ ਉਮਰ, ਆਪਣੇ ਵਰਗ ਦੇ ਲੋਕ ਬਹੁਤ ਸਾਰੇ ਗੱਲਾਂ ਕਰਦੇ ਆ, ਬਹੁਤ ਸੂਝਦੀਆਂ ਗੱਲਾਂ ਕਰਦੇ ਨੇ, ਪਰ ਇਸ ਉਮਰ ਦੇ ਬੱਚਿਆਂ ਤੋਂ ਮੈਂ ਬਹੁਤ ਘੱਟ ਇੰਨੀਆਂ ਸਿਆਣੀਆਂ ਗੱਲਾਂ ਸੁਣੀਆਂ ਨੇ। ਸੋ ਇੱਕ ਪ੍ਰਾਪਤੀ ਮੈਨੂੰ ਮਹਿਸੂਸ ਹੋ ਰਹੀ ਹੈ, ਮੈਨੂੰ ਇੱਕ ਸਕੂਨ ਮਿਲਿਆ ਇਸ ਬੱਚੀ ਨਾਲ ਗੱਲਾਂ ਕਰਕੇ। ਰੱਬ ਇਸ ਨੂੰ ਹੋਰ ਉਦਮ, ਹੋਰ ਤਰੱਕੀਆਂ ਬਖਸ਼ੇ। ਅੱਛਾ ਬੇਟਾ ਜੀ, ਗੀਤ ਸੁਣਾ ਦਿਓ ਫਿਰ ਇੱਕ, ਹਨਾ? ਹਾਂਜੀ, ਮੈਂ ਤੁਹਾਨੂੰ ਸਤਿੰਦਰ ਸਰਤਾਜ ਦਾ ਬੀਤ ਜਾਣੀਆਂ ਸੁਣਾਉਣਾ ਚਾਹੁੰਦੀ। ਮੈਨੂੰ ਲੱਗ ਰਿਹਾ ਸੀ ਕਿ ਤੁਸੀਂ ਉਸੇ ਨੂੰ ਚੂਜ਼ ਕਰੋਗੇ। ਹਾਂਜੀ। ਬੀਤ ਜਾਣੀਆਂ ਇਹ ਰੁੱਤਾਂ ਹਾਰੀਆਂ, ਜੇ ਨਾ ਮਾਣੀਆਂ ਢੋਲਦਾ ਰਵੀ, ਚਲੇ ਜਾਵਾਂਗੇ ਨਾ ਮੁੜ ਆਵਾਂਗੇ, ਵਾਰੀ ਵਾਰੀ ਦਰ ਪਾਵੇ ਭੋਲਦਾ ਰਵੀ, ਕੱਲੇ ਹੋ ਗਏ, ਚੱਲੇ ਹੋ ਗਏ, ਜ਼ਿੰਦਗੀ ਦੇ ਰੋਗ ਤਾਂ ਬੱਲੇ ਹੋ ਗਏ, ਹੋਈਆਂ ਹੈਰਾਨੀਆਂ ਵੇ ਦਿਲ ਜਾਨੀਆਂ, ਖੰਜਰਾਂ ਤੋਂ ਤਿੱਖੇ ਤੇਰੇ ਛੱਲੇ ਹੋ ਗਏ, ਛੱਲੇ ਹੋ ਗਏ, ਰੁਕ ਜਾਣਾ ਏ ਅਸੀਂ ਰੁੱਤ ਆਉਣਾ ਏ, ਫੇਰ ਪਿੱਛੋਂ ਮਿੱਟੀਆਂ ਫਰੋਲਦਾ ਰਵੀ, ਬੀਤ ਜਾਣੀਆਂ ਇਹ ਰੁੱਤਾਂ ਹਾਣੀਆਂ, ਜੇ ਨਾ ਮਾਣੀਆਂ ਢੋਲਦਾ ਰਵੀ। ਸ਼ੁਕਰੀਆ। ਬਹੁਤ ਸੋਹਣਾ ਬੇਟਾ ਜੀ, ਜਿੰਨੀ ਸੋਹਣੀ ਤੁਹਾਡੀ ਕਲਮ ਹੈ ਉਨੀ ਹੀ ਸੋਹਣੀ, ਉਸ ਤੋਂ ਵੀ ਖੂਬਸੂਰਤ ਤੁਹਾਡੀ ਆਵਾਜ਼ ਹੈ। ਸੱਚਮੁੱਚ ਸਰਸਵਤੀ ਦੀ ਅਪਾਰ ਕਿਰਪਾ ਮੈਂ ਇਸ ਨੂੰ ਕਹਾਂਗੀ ਕਿ ਤੁਹਾਡੇ ਤੇ ਹੈ, ਤੁਹਾਡੀ ਕਲਮ ਤੇ ਵੀ ਤੇ ਤੁਹਾਡੀ ਆਵਾਜ਼ ਤੇ ਵੀ। ਬਹੁਤ ਸੋਹਣਾ ਗੀਤ ਹੈ ਜੀ। ਫਿਰ ਮੈਂ ਸਾਡੇ
ਪ੍ਰਬੰਧਕੀ ਮੈਂਬਰ ਸਾਹਿਬਾਨ ਨੂੰ ਪੁੱਛਦੀ ਹਾਂ ਕਿ ਜੇ ਕੋਈ ਸਵਾਲ ਤੁਸੀਂ ਸੀਰਤ ਨੂੰ ਕਰਨਾ ਚਾਹੁੰਦੇ ਹੋ, ਨਹੀਂ ਫਿਰ ਮੈਂ ਆਪਣਾ ਅਗਲਾ ਸਵਾਲ ਇਸ ਬੱਚੀ ਨੂੰ ਕਰਾਂ, ਕਿਉਂਕਿ ਮੇਰਾ ਤਾਂ ਦਿਲ ਨਹੀਂ ਕਰਨਾ ਅੱਜ ਇਸ ਨਾਲ ਗੱਲਾਂ ਕਰਕੇ। ਜੀ ਸਵਾਲ ਤਾਂ ਖੈਰ ਨਹੀਂ ਹੈ ਮੇਰਾ ਕੋਈ, ਪਰ ਮੈਂ ਸੀਰਤ ਨੂੰ ਦੱਸਣਾ ਚਾਹੁੰਦਾ ਕਿ ਇੱਕ ਮੁਹਾਵਰਾ ਹੈ ਪੰਜਾਬੀ ਦਾ, ਘਰ ਦਾ ਭੇਤੀ ਲੰਕਾ ਢਾਏ, ਕਿ ਅੱਜ ਉਹਦੇ ਕੋਲੇ ਮੌਕਾ ਹੈ ਕਿ ਜੇਕਰ ਉਹ ਕੋਈ ਲੰਕਾ ਢਾਉਣੀ ਚਾਹੇ ਤਾਂ ਢਾ ਸਕਦੀ ਹੈ। ਉਹਨੂੰ ਖੁੱਲੀ ਛੁੱਟੀ ਹੈ ਸਿਰਜਣਾਤਮਕ ਸਿੱਖਿਆ ਸੰਸਾਰ ਗਰੁੱਪ ਵੱਲੋਂ। ਤੇ ਓਕੇ, ਵੈਸੇ ਮੈਨੂੰ ਤਾਂ ਨਹੀਂ ਲੱਗਦਾ ਕੋਈ ਲੰਕਾ ਢਾਉਣ ਵਾਲੀ ਚੀਜ਼ ਹੈਗੀ ਹੈ। ਜੇ ਢਾਉਣੀ ਹੁੰਦੀ ਹੈ ਤਾਂ ਮੈਂ ਢਾ ਹੀ ਦਿੰਦੀ ਹਾਂ। ਇੱਥੇ ਜਿੰਨੇ ਵੀ ਜੁੜੇ ਹੋਏ ਨੇ, ਜਿਵੇਂ ਕੁਲਦੀਪ ਸਰ ਨੇ, ਹਨਾ, ਜਿਵੇਂ ਜੀਵਨ ਅੰਕਲ ਨੇ, ਜਦ ਆਉਂਦੇ ਨੇ ਘਰੇ ਤਾਂ ਮੈਂ ਦੱਸ ਹੀ ਦਿੰਦੀ ਹਾਂ ਇਹਨਾਂ ਨੂੰ। ਫਿਲਹਾਲ ਮੈਨੂੰ ਲੱਗਦਾ ਕਿ ਜ਼ਿੰਦਗੀ ਸਟੇਬਲ ਜੀ ਚੱਲ ਰਹੀ ਹੈ, ਲੰਕਾ ਢਾਉਣ ਵਾਲੀ ਹਾਲੇ ਤੱਕ ਕੋਈ ਨੌਬਤ ਆਈ ਨਹੀਂ ਹੈ। ਤਾਂ ਇਹਦਾ ਮਤਲਬ ਵੀ ਬੇਟਾ ਜੇ ਲੰਕਾ ਮੈਂ- ਢਾਉਣੀ ਪਈ ਤਾਂ ਢਾ ਦਿਓਗੇ? ਹਾਂਜੀ ਜ਼ਰੂਰ। ਨਹੀਂ ਮੇਰੀ ਸੁਖਜੀਵਨ, ਮੈਂ ਸੀਰਤ ਨੂੰ ਪਹਿਲਾਂ ਹੀ ਕਹਿੰਦਾ ਸੀ, ਪੁੱਤ ਕੋਈ ਲੰਕਾ ਨਹੀਂ ਢਾਉਣੀ, ਆਪਾਂ ਉਸਾਰਨੀ, ਆਪਾਂ ਬਾਅਦ ਦੇ ਵਿੱਚ ਮਿਲ ਕੇ ਗੱਲ ਕਰ ਲਾਂਗੇ। ਬੇਟਾ ਹੱਕ ਹੈ ਤੁਹਾਡਾ ਕਿ ਨਹੀਂ, ਜੇ ਪਾਪਾ ਕਹਿੰਦੇ ਕਿ ਨਹੀਂ ਢਾਉਣੀ ਫਿਰ ਮੈਂ ਪੱਕਾ ਢਾਉਣੀ ਸੀ, ਕਿਉਂਕਿ ਅੱਛਾ। ਇਹ ਹਾਂ ਏਦਾਂ ਤਾਂ ਫਿਰ ਸੱਚ ਹੀ ਬੋਲਣਾ ਚਾਹੀਦਾ ਨਾ। ਬਿਲਕੁਲ, ਸ਼ਾਬਾਸ਼ ਪੁੱਤਰ ਜੀ, ਇਹੀ ਉਮੀਦ ਸੀ ਤੁਹਾਡੇ ਤੋਂ। ਸਾਹਿਤਕਾਰ ਸੱਚੇ ਹੀ ਹੁੰਦੇ ਆ ਸਤਪਾਲ ਵੀਰ ਜੀ, ਤੁਹਾਡੀ ਹੋਈ ਧੀ ਹੈ ਇਹ। ਨਾਲੇ ਲੰਕਾ ਨੂੰ ਤਾਂ ਇਹਨਾਂ ਦੇ- ਢਹਿਣਾ ਹੀ ਹੁੰਦਾ ਜੀ, ਜੇ ਘਰੇ ਢਾਲੀ ਜਾਵੇ ਹਾਂ। ਵਧੀਆ ਗੱਲ ਨੇ, ਬਾਹਰ ਦੇ ਢਾ ਦਿੰਦੇ ਨੇ। ਬਿਲਕੁਲ ਵੀਰ ਜੀ, ਬਿਲਕੁਲ। ਮੈਂ ਇੱਕ ਛੋਟਾ ਜਿਹਾ ਸਵਾਲ ਵੀ ਚਲੋ ਪੁੱਛ ਹੀ ਲੈਣਾ ਬਾਅਦ। ਹਾਂਜੀ ਪੁੱਛੋ ਜੀ, ਪੁੱਛੋ। ਮੈਂ ਕਹਿ ਰਹੀ ਹਾਂ ਬਾਅਦ ਚ ਮੈਂ ਮੌਕਾ ਨਹੀਂ ਦੇਣਾ। ਉਹ ਸਵਾਲ ਇਹ ਹੈ ਕਿ ਸੀਰਤ ਨੂੰ ਕੈਕਟਸ ਦੀ ਖੁਸ਼ਬੂ ਜ਼ਿਆਦਾ ਪਸੰਦ ਹੈ ਜਾਂ ਪੀਲਾਂ ਚੰਗੀਆਂ ਲੱਗਦੀਆਂ ਨੇ? ਜਦੋਂ ਕਿਸੇ ਦੇ ਚੁਬਾਣਾ ਹੋਵੇ ਉਦੋਂ ਕੈਕਟਸ, ਤੇ ਅਦਰਵਾਈਜ਼ ਪੀਲਾਂ। ਮਤਲਬ ਵਾਹ ਜੀ ਵਾਹ, ਖੂਬਸੂਰਤ ਜਵਾਬ ਬੇਟਾ। ਕਾਮਯਾਬ ਹੈ ਪੁੱਤਰ, ਕਾਮਯਾਬ ਹੈ ਅੱਜ ਦੀ ਦੁਨੀਆ 'ਚ। ਸ਼ੁਕਰੀਆ। ਸ਼ਾਇਦ ਕਿਤੇ ਨਾ ਕਿਤੇ ਮੰਮੀ ਪਾਪਾ ਤੋਂ ਇਹ ਗੱਲ ਮਿਸ ਰਹਿ ਗਈ ਹੋਣੀ ਆ ਉਹਨਾਂ ਦੀ ਲਾਈਫ ਦੇ ਵਿੱਚ, ਤਾਂ ਹੀ ਉਹਨਾਂ ਨੂੰ ਇੰਨਾ ਸੰਘਰਸ਼ ਕਰਨਾ ਪਿਆ। ਪਰ ਸੀਰਤ ਜਿਹੜੀ ਆਉਣ ਵਾਲੀ ਪੀੜ੍ਹੀ ਲਈ ਇੱਕ ਕਹਿ ਸਕਦੇ ਹਾਂ ਕਿ ਇੱਕ ਸ਼ਕਤੀਸ਼ਾਲੀ ਜਿਹੜੀ ਔਰਤ ਦਾ ਜਿਹੜਾ ਹੈ ਖਿਤਾਬ ਉਹਨੇ ਜਿੱਤ ਲੈਣਾ ਹੈ, ਉਹ ਸ਼ਕਤੀ ਵੀ ਨਾਲ ਲਈ ਬੈਠੀ ਹੈ ਨਾ। ਉਹਨੂੰ ਪਤਾ ਹੈ ਕਿ ਕਿੱਥੇ ਕੈਕਟਸ ਹੋਣਾ ਤੇ ਕਿੱਥੇ ਪੀਲਾਂ ਬਣਨਾ ਹੈ। ਸ਼ਾਬਾਸ਼ ਹਾਂਜੀ। ਪੁੱਤਰ ਜੀ। ਹਾਂਜੀ, ਕੋਈ ਹੋਰ ਸਵਾਲ ਕਿਸੇ ਨੇ ਕਰਨਾ ਹੋਵੇ ਸੀਰਤ ਨੂੰ? ਚਲੋ ਫਿਰ ਸੀਰਤ ਮੈਂ ਹੀ ਪੁੱਛਦੀ ਹਾਂ ਬੇਟਾ ਜੀ। ਚਲੋ ਹੁਣ ਹਾਂਜੀ। ਗੱਲ ਕੈਕਟਸ ਤੇ ਪੀਲਾਂ ਦੀ ਹੋਈ ਚੱਲੀ ਹੈ, ਤਾਂ ਇਸੇ ਤੋਂ ਹੀ ਮੇਰੇ ਮਨ 'ਚ ਇੱਕ ਸਵਾਲ ਆਇਆ ਕਿ ਬੇਟਾ ਜੀ ਤੁਸੀਂ ਹੁਣ ਟੀਨੇਜਰ ਦੇ ਵਿੱਚੋਂ, ਤਾਂ ਤੁਸੀਂ ਟੀਨੇਜਰ ਦੇ ਬੱਚਿਆਂ ਨਾਲ ਵੱਧ ਮਿਲਦੇ ਹੋ ਹਨਾ। ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ, ਮੈਨੂੰ ਬੜੀ ਸੋਹਣੀ ਲੱਗੀ ਕਿ ਬਾਲ ਸਾਹਿਤ ਵੀ ਰਚ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਵਾਲਾ ਸਾਹਿਤ ਵੀ ਰਚ ਲਿਆ ਜਾਂਦਾ ਹੈ, ਪਰ ਟੀਨੇਜਰ ਦੀ ਗੱਲ ਬਹੁਤ ਘੱਟ ਕੀਤੀ ਜਾਂਦੀ ਹੈ, ਕਿਉਂਕਿ ਸ਼ਾਇਦ ਕਿਤੇ ਨਾ ਕਿਤੇ ਸਾਡੀ ਜਿਹੜੀ ਇਹ ਉਮਰ ਹੈ ਨਾ, ਅਸੀਂ ਇਸਨੂੰ ਕਿਸੇ ਵੱਖਰੇ ਮਤਲਬ ਰੰਗ ਦੇ ਵਿੱਚ ਗਵਾ ਬੈਠਦੇ ਹਾਂ, ਜਾਂ ਵੱਖਰੇ, ਜਾਂ ਕਹਿ ਲਓ ਕਿਸੇ ਨੂੰ ਪੜ੍ਹਾਈ ਦਾ ਸੰਸਾ ਹੁੰਦਾ ਹੈ, ਕਿਸੇ ਨੂੰ ਜ਼ਿੰਦਗੀ 'ਚ ਕੁਝ ਬਣਨ ਦਾ ਸੰਸਾ ਹੁੰਦਾ ਹੈ ਨਾ, ਤਾਂ ਬੜੇ ਮਤਲਬ ਉਤਰਾਅ ਚੜਾਅ ਵਾਲੀ ਇਹ ਲਾਈਫ ਹੁੰਦੀ ਹੈ। ਪਰ ਬੜਾ ਸੋਹਣਾ ਲੱਗਿਆ ਮੈਨੂੰ ਤੁਹਾਡਾ ਇਹ ਕਹਿਣਾ ਕਿ ਇੱਥੇ ਹੀ ਸਭ ਤੋਂ ਸੂਖਮ ਵਿਚਾਰਾਂ ਦੀ ਜ਼ਰੂਰਤ ਹੁੰਦੀ ਹੈ, ਇੱਥੇ ਹੀ ਸਭ ਤੋਂ ਵੱਡੀ ਸਮਝ ਦੀ ਜ਼ਰੂਰਤ ਹੁੰਦੀ ਹੈ। ਤਾਂ ਬੇਟਾ ਜੀ ਤੁਸੀਂ ਕੀ ਸੋਚਦੇ ਹੋ ਕਿ ਇੱਕ ਮਤਲਬ ਬਤੌਰ ਇੱਕ ਲੇਖਿਕਾ ਤੁਸੀਂ ਕੀ ਸੁਨੇਹਾ ਦੇਵੋਗੇ ਆਪਣੇ ਹਾਣ ਦੇ ਬੱਚਿਆਂ ਨੂੰ, ਕਿ ਕੀ ਉਹਨਾਂ ਨੂੰ ਕਰਨਾ ਚਾਹੀਦਾ ਹੈ, ਕੀ ਉਹਨਾਂ ਦੇ ਮਾਪਿਆਂ ਦਾ ਰੋਲ ਹੋਣਾ ਚਾਹੀਦਾ ਹੈ ਉਹਨਾਂ ਦੀ ਲਾਈਫ ਦੇ ਵਿੱਚ? ਹਾਂਜੀ, ਮੈਂ ਵੈਸੇ ਤਾਂ ਇਹੀ ਕਹਿਣਾ ਚਾਹੂੰਗੀ ਕਿ ਜੋ ਵੀ ਕਰੋ ਆਪਣੇ ਦਿਲ ਤੋਂ ਕਰੋ, ਪਰ ਮੈਨੂੰ ਅੱਜ ਕੱਲ ਦੇ ਯੂਥ ਦਾ ਜਾਂ ਫਿਰ ਅੱਜ ਕੱਲ ਦੇ ਬੱਚਿਆਂ ਦਾ ਜਿਹੜਾ ਮੈਨੂੰ ਇੱਕ ਚੀਜ਼ ਲੱਗਦੀ ਹੈ ਕਿ ਆਪਾਂ ਨੂੰ ਜਿਵੇਂ ਦਾ ਦਿਖਾ ਦਿੱਤਾ ਜਾਂਦਾ ਹੈ, ਜਿਵੇਂ ਆਪਾਂ ਨੂੰ ਟੀਵੀਆਂ ਦੇ ਵਿੱਚ ਦਿਖਾ ਦਿੱਤਾ ਜਾਂਦਾ ਹੈ ਕਿ ਇੱਕ ਆਮ ਇਨਸਾਨ ਦੀ ਜ਼ਿੰਦਗੀ ਐਵੇਂ ਹੁੰਦੀ ਹੈ, ਜਾਂ ਫਿਰ ਜੱਟਵਾਦ ਜਿਹੜਾ ਗਾਣਿਆਂ ਵਿੱਚ ਦਿਖਾਇਆ ਜਾਂਦਾ ਹੈ, ਜਾਂ ਫਿਰ ਕਿਸ ਤਰੀਕੇ ਬਿਲਕੁਲ। ਦਾ ਜੱਟ ਹੁੰਦਾ ਹੈ ਉਹ ਦਿਖਾਇਆ ਜਾਂਦਾ ਹੈ, ਕਿਵੇਂ ਦਾ ਲਾਈਫ ਸਟਾਈਲ ਹੁੰਦਾ ਹੈ। ਜਿਹੜੇ ਅੱਜ ਕੱਲ ਦੇ ਯੂਥ ਨੇ ਉਹ ਉਸ ਚੀਜ਼ ਤੋਂ ਹਟ ਕੇ ਨਹੀਂ ਦੇਖਦੇ ਕਿ ਉਸ ਚੀਜ਼ ਦੇ ਪਿੱਛੇ ਕੀ ਤਰਾਸਦੀ ਹੈ, ਸਮਾਜ ਦੀ ਕੀ ਤਰਾਸਦੀ ਹੈ। ਉਹ ਜਿਵੇਂ ਦਾ ਉਹਨਾਂ ਨੂੰ ਦਿਖਾਇਆ ਜਾਂਦਾ ਹੈ ਉਵੇਂ ਦਾ ਬਣਨ ਦੀ ਕੋਸ਼ਿਸ਼ ਕਰਦੇ ਨੇ, ਉਵੇਂ ਦਾ ਹੀ ਰਹਿਣ ਸਹਿਣ ਦੀ ਕੋਸ਼ਿਸ਼ ਕਰਦੇ ਨੇ, ਤੇ ਉਹਨਾਂ ਨੂੰ ਉਸ ਤੋਂ ਪਰਾਂ ਹਟ ਕੇ ਦੇਖਣਾ ਚਾਹੀਦਾ ਕਿ ਅਸਲੀ ਜੀਵਨ ਦੀ ਸੱਚਾਈ ਕੀ ਹੈ, ਕੀ ਅੱਜ ਦੇ ਸਮਾਜ ਵਿੱਚ ਘਟ ਰਿਹਾ ਹੈ,
ਕਿ ਮਤਲਬ ਕਿਹੜੀਆਂ ਚੀਜ਼ਾਂ ਨੂੰ ਆਪਣੇ ਅੱਗੇ ਜਿਹੜਾ ਟਿਲਟ ਕਰਕੇ ਦਿਖਾਇਆ ਜਾਂਦਾ ਕਿ ਉਹਦਾ ਅਸਲੀ ਸੱਚ ਕੁਝ ਹੁੰਦਾ, ਤਾਂ ਉਹਨਾਂ ਨੂੰ ਉਸ ਪਰਦੇ ਦੇ ਪਿੱਛੇ ਜਾ ਕੇ ਵੀ ਦੇਖਣਾ ਚਾਹੀਦਾ, ਨਾ ਕਿ ਭੇਡ ਚਾਲ ਵਿੱਚ ਲੱਗ ਕੇ ਉਹਨਾਂ ਚੀਜ਼ਾਂ ਦੇ ਪਿੱਛੇ ਹੀ ਭੱਜ ਜਾਓ। ਤੇ ਉਸ ਚੀਜ਼ ਨੂੰ ਜਦ ਆਪਾਂ ਨੂੰ ਖੁਦ ਨੂੰ ਸਮਝ ਆ ਜੇ ਤਾਂ ਉਸਨੂੰ ਫਿਰ ਹੋਰਾਂ ਅੱਗੇ ਵੀ ਆਪਾਂ ਨੂੰ ਲੈ ਕੇ ਆਉਣਾ ਚਾਹੀਦਾ, ਭਾਵੇਂ ਲਿਖ ਕੇ, ਭਾਵੇਂ ਨਾਟਕ ਰਾਹੀਂ, ਭਾਵੇਂ ਆਪਣੀ ਚਿੱਤਰਕਾਰੀ ਰਾਹੀਂ। ਹਰੇਕ ਨੂੰ ਮਤਲਬ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦ ਕੋਈ ਮੈਨੂੰ ਐਵੇਂ ਦਾ ਮੇਰਾ ਦੋਸਤ ਮਿਲਦਾ ਜਿਸ ਨਾਲ ਮੈਂ ਜਦ ਐਵੇਂ ਦੀ ਗੱਲ ਕਰਦੀ ਹਾਂ ਕਿ ਵੀ ਇਸ ਗਾਣੇ ਵਿੱਚ ਇਹ ਦਿਖਾਇਆ ਗਿਆ ਪਰ ਅਸਲ ਵਿੱਚ ਇਹ ਹੈ, ਤੇ ਉਸਨੂੰ ਵੀ ਉਸ ਚੀਜ਼ ਦੀ ਸਮਝ ਹੁੰਦੀ ਹੈ ਤੇ ਬਹੁਤ ਖੁਸ਼ੀ ਮਿਲਦੀ ਹੈ। ਨਹੀਂ ਤਾਂ ਅਕਸਰ ਜਿਵੇਂ ਮੇਰੀ ਬਹੁਤ ਕਰੀਬੀ ਦੋਸਤ ਹੈ, ਉਹਨੇ ਇੱਕ ਦਿਨ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਕਿ ਮੈਨੂੰ ਨਹੀਂ ਪਤਾ ਕਾਸਟਿਜ਼ਮ ਵਗੈਰਾ ਕੀ ਹੁੰਦੀ ਹੈ, ਪਰ ਜੱਟ ਤਾਂ ਜੱਟ ਹੀ ਹੁੰਦੇ ਨੇ। ਤੇ ਮੈਂ ਉਸਨੂੰ ਮਤਲਬ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਫਿਰ ਵੀ ਕਿਹਾ ਕਿ ਕੁਝ ਨਹੀਂ ਹੁੰਦਾ ਯਾਰ, ਤੂੰ ਇੰਨਾ ਸੀਰੀਅਸ ਕਿਉਂ ਲੈਣੀ ਹੈ। ਉਸਨੇ ਮੈਨੂੰ ਇਹ ਜਵਾਬ ਦਿੱਤਾ। ਤਾਂ ਮੈਂ ਅੱਜ ਕੱਲ ਦੇ ਜੇ ਯੂਥ ਤੋਂ ਕਹਾਂ ਤਾਂ ਮੈਨੂੰ ਇਹੀ ਐਕਸਪੈਕਟੇਸ਼ਨ ਹੁੰਦੀ ਹੈ ਉਹਨਾਂ ਤੋਂ ਵੀ ਉਹ ਥੋੜਾ ਅਸਲੀਅਤ ਨੂੰ ਵੀ ਦੇਖਣ, ਪਰਦੇ ਦੇ ਨਾਲ ਨਾਲ ਅਸਲੀਅਤ ਨੂੰ ਵੇਖਣ, ਉਹਨੂੰ ਸਮਝਣ, ਉਹਨੂੰ ਸਾਹਮਣੇ ਲੈ ਕੇ ਆਉਣ। ਇੱਕ ਤੋਂ ਹੀ ਸ਼ੁਰੂਆਤ ਹੁੰਦੀ ਹੈ ਜਦ ਇੱਕ ਦੂਜੇ ਨੂੰ ਦੱਸਦਾ, ਤੇ ਇਸ ਚੀਜ਼ ਕਰਕੇ ਸਮਾਜ ਵਿੱਚ ਵੀ ਬਦਲਾਵ ਆਏਗਾ। ਜੇਕਰ ਆਪਾਂ ਇਹਨਾਂ ਗਾਣਿਆਂ ਦੇ ਪਿੱਛੇ, ਮੂਵੀਜ਼ ਦੇ ਪਿੱਛੇ ਹੀ ਲੱਗੇ ਰਹੇ, ਫਿਰ ਤਾਂ ਜਿਵੇਂ ਦਾ ਹੁਣ ਹੈ ਉਵੇਂ ਦਾ ਹੀ ਭਵਿੱਖ ਵੀ ਉਵੇਂ ਦਾ ਹੀ ਰਹੇਗਾ। ਤਾਂ ਆਪਾਂ ਨੂੰ ਉਸ ਚੀਜ਼ ਦੇ ਨਾਲ ਨਾਲ ਸਾਈਡ ਬਾਏ ਸਾਈਡ ਉਹਨਾਂ ਚੀਜ਼ਾਂ ਤੇ ਵੀ ਧਿਆਨ ਦੇਣਾ ਚਾਹੀਦਾ। ਬਹੁਤ ਖੂਬਸੂਰਤ ਬੇਟਾ ਜੀ, ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਜਿਹੜੀ ਗੱਲਬਾਤ ਹੈ ਉਹ ਰੱਖੀ ਹੈ ਆਪਣੀ, ਬੜਾ ਸਹਿਜ ਤੁਹਾਡੇ ਸ਼ਬਦਾਂ ਦੇ ਵਿੱਚ, ਬੜੀ ਸਿਆਣਪ, ਜਿਹੜੀ ਬੜੀ ਸੂਝ ਹੈ ਜਿਹੜੀ ਉਹ ਤੁਹਾਡੀਆਂ ਗੱਲਾਂ ਦੇ ਵਿੱਚ ਝਲਕੀ ਹੈ। ਤੇ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਜੋ ਵੀ ਬੱਚੇ ਸੁਣਨਗੇ ਜਾਂ ਇਸ ਤੋਂ ਬਾਅਦ ਸੁਣਨਗੇ ਇਸ ਪ੍ਰੋਗਰਾਮ ਨੂੰ, ਜ਼ਰੂਰ ਉਹ ਤੁਹਾਡੇ ਤੋਂ ਕੁਝ ਨਾ ਕੁਝ ਸਿੱਖਣਗੇ। ਇੰਨੀ ਸੋਹਣੀ ਸਮਝ ਤੇ ਇੰਨੀ ਸੋਹਣੀ ਸੋਚ ਜਿਹੜੀ ਹੈ ਮੇਰੀ ਇਸ ਧੀ ਰਾਣੀ ਨੂੰ ਮੈਂ ਫਿਰ ਮੁਬਾਰਕ ਤੇ ਦੁਆਵਾਂ ਦਿੰਦੀ ਹਾਂ ਬੇਟਾ ਜੀ ਤੁਹਾਨੂੰ। ਅੱਛਾ ਪੁੱਤਰ ਜੀ, ਇੱਕ ਜਿਹੜਾ ਲਾਸਟ ਸਵਾਲ ਆਪਾਂ ਕਰ ਲਈਏ ਕਿ ਤੁਸੀਂ ਆਪਣੇ ਇੱਕ ਭਵਿੱਖ, ਸਵਾਲ ਮੈਂ ਪੁੱਛਣਾ ਪਹਿਲਾਂ ਮੈਡਮ। ਹਾਂਜੀ ਬਿਲਕੁਲ ਬਿਲਕੁਲ ਵੀਰ ਜੀ, ਬਿਲਕੁਲ। ਸੀਰਤ, ਇਹ ਦੱਸੋ ਕਿ ਚਲੋ ਤੁਸੀਂ ਘਰ ਦੇ ਵਿੱਚ ਵੀ ਵਿਚਰਦੇ ਹੋ, ਬਾਹਰ ਵੀ ਮੇਰੇ ਵਰਗੇ ਬੰਦੇ ਨੇ ਜਿਹਨਾਂ ਨਾਲ ਤੁਸੀਂ ਵਿਚਰਦੇ ਹੋ, ਹਨਾ? ਹਾਂਜੀ ਜਨਰੇਸ਼ਨ ਗੈਪ ਹੁੰਦਾ ਹੈ। ਹਾਂਜੀ ਅਕਸਰ ਪੁਰਾਣੀ ਪੀੜ੍ਹੀ ਨੂੰ ਨਵੀਂ ਪੀੜ੍ਹੀ ਦੀਆਂ ਬਹੁਤ ਸਾਰੀਆਂ ਗੱਲਾਂ ਪਸੰਦ ਨਹੀਂ ਹੁੰਦੀਆਂ। ਮਤਲਬ ਤੂੰ ਇਸ ਗੱਲ ਨੂੰ ਕਿਵੇਂ ਮਹਿਸੂਸ ਕਰਦੀ ਹੈ? ਘਰ ਦੇ ਵਿੱਚ ਕਿਵੇਂ ਮਹਿਸੂਸ ਕਰਦੀ ਹੈ? ਬਾਹਰ ਕਿਵੇਂ ਮਹਿਸੂਸ ਕਰਦੀ ਹੈ? ਤੈਨੂੰ ਕੀ ਲੱਗਦਾ ਹੈ ਕਿ ਜਿਹੜੀ ਪੁਰਾਣੀ ਪੀੜ੍ਹੀ ਹੈ ਉਹ ਨਵੀਂ ਪੀੜ੍ਹੀ ਬਾਰੇ ਠੀਕ ਸੋਚਦੀ ਹੈ, ਜਾਂ ਉਹੀ ਪੁਰਾਣਿਆਂ ਵਾਲੀਆਂ ਗੱਲਾਂ? ਕਦੇ ਆਪਣੇ ਮੰਮੀ ਡੈਡੀ ਨੂੰ ਕਹਿੰਦੇ ਹੋ ਕਿ ਕੀ ਪਾਪਾ ਪੁਰਾਣੀਆਂ ਗੱਲਾਂ ਦੱਸ, ਹੈ ਕਿਤੇ ਕਿਸੇ ਇਸ ਤਰ੍ਹਾਂ ਦੇ ਗੈਪ ਮਹਿਸੂਸ ਕਰਦੀ ਹੈ ਤੂੰ? ਹਾਂਜੀ, ਇਹ ਅਕਸਰ ਗੱਲ ਹੁਣੇ 3-4 ਦਿਨ ਪਹਿਲਾਂ ਹੀ ਹੋ ਕੇ ਹਟੀ ਹੈ ਐਵੇਂ ਦੀ ਗੱਲ। ਇਹ ਨਹੀਂ ਹੈ, ਜਨਰੇਸ਼ਨ ਗੈਪ ਅਸਲ ਦੇ ਵਿੱਚ ਹੁੰਦਾ ਹੀ ਹੈ। ਹੁਣ ਟਾਈਮ ਬਾਏ ਟਾਈਮ ਉਹ ਚੀਜ਼ ਚੇਂਜ ਹੁੰਦੀ ਰਹਿੰਦੀ ਹੈ। ਜਿਵੇਂ ਜੇ ਦੇਖਿਆ ਜਾਵੇ ਤਾਂ ਜਿਹੜੇ ਮੰਮੀ ਪਾਪਾ ਦੇ ਗਾਹਾਂ ਮੇਰੇ ਦਾਦਾ ਦਾਦੂ ਸੀ, ਉਹ ਕੁਝ ਚੀਜ਼ਾਂ ਨੂੰ ਸਪੋਰਟ ਨਹੀਂ ਸੀ ਕਰਦੇ ਜਿਨ੍ਹਾਂ ਤੋਂ ਸਿੱਖ ਕੇ ਮੰਮੀ ਪਾਪਾ ਨੇ ਉਸ ਚੀਜ਼ ਨੂੰ ਸਪੋਰਟ ਕਰਨੀ ਸਿੱਖੀ। ਜਿਵੇਂ ਜੇ ਅੱਜ ਦੇ ਟਾਈਮ ਦੇ ਵਿੱਚ ਮੈਂ ਦੇਖਾਂ ਤਾਂ ਅਕਸਰ ਕਾਫੀ ਚੀਜ਼ਾਂ ਦੇ ਉੱਤੇ ਮੈਨੂੰ ਖੁੱਲ੍ਹ ਮਿਲੀ ਹੋਈ ਹੈ ਜੋ ਕਿ ਮੇਰੇ ਹੋਰ ਦੋਸਤਾਂ ਨੂੰ ਕਿਤੇ ਨਹੀਂ ਮਿਲੀ ਹੋਈ। ਜਿਹੜੇ ਸ਼ੁਰੂ ਤੋਂ ਹੀ ਸ਼ਹਿਰ 'ਚ ਰਹਿੰਦੇ ਸੀ ਉਹਨਾਂ ਤੋਂ ਥੋੜੀ ਜਿਹੀ ਘੱਟ ਵੀ ਮਿਲੀ ਹੈ, ਪਰ ਕਿਤੇ ਨਾ ਕਿਤੇ ਇਹ ਚੀਜ਼ ਖੁਦ ਨੂੰ ਵੀ ਸਮਝਣੀ ਹੀ ਪੈਂਦੀ ਹੈ ਕਿ ਵੀ ਚੱਲ ਜੇ ਥੋੜਾ ਜਿਹਾ ਉਹਨਾਂ ਨੇ ਆਪਣੇ ਆਪ ਨੂੰ ਬਦਲਿਆ ਤਾਂ ਥੋੜਾ ਜਿਹਾ ਬਦਲਾਵ ਆਪਣੇ ਆਪ 'ਚ ਵੀ, ਜਾਂ ਫਿਰ ਥੋੜੀ ਜਿਹੀ ਸਹਿਣਸ਼ੀਲਤਾ ਆਪਣੇ ਆਪ 'ਚ ਵੀ ਲੈ ਕੇ ਆਉਣੀ ਚਾਹੀਦੀ ਹੈ। ਪਰ ਜਦ ਗੁੱਸਾ ਆਉਂਦਾ ਉਦੋਂ ਸਹਿਣਸ਼ੀਲਤਾ ਉਹ ਹੋ ਹੀ ਜਾਂਦੀ ਹੈ। ਜਿਵੇਂ ਹੁਣ ਕੁਝ ਚੀਜ਼ਾਂ ਨੇ, ਜਿਵੇਂ ਪਾਪਾ ਨੇ, ਮੰਮੀ ਨੇ ਕਦੀ ਵੀ ਨਹੀਂ ਮਨਾ ਕੀਤਾ ਵੀ ਤੂੰ ਵੀ ਆਹ ਨਹੀਂ ਕਰਨਾ, ਤੂੰ ਆਹ ਸਬਜੈਕਟਸ ਨਹੀਂ ਲੈਣੇ। ਜਿਵੇਂ ਪਹਿਲਾਂ ਹੀ ਚੀਜ਼ਾਂ ਹੁੰਦੀਆਂ ਸੀ ਵੀ ਤੂੰ ਲਿਖਣ 'ਚ ਜਾਣਾ, ਤੂੰ ਗਾਉਣ 'ਚ ਜਾਣਾ, ਤੂੰ ਨ੍ਰਿਤ 'ਚ ਜਾਣਾ, ਤੂੰ ਕਿਤੇ ਵੀ ਜਾਣਾ, ਉਹਨਾਂ ਨੇ ਨਹੀਂ ਮਨਾ ਕੀਤੀਆਂ। ਪਰ ਕਿਤੇ ਨਾ ਕਿਤੇ ਕੁਝ ਥਾਵਾਂ ਦੇ ਉੱਤੇ ਕਹਿ ਸਕਦੇ ਹਾਂ ਕਿ ਸ਼ਾਇਦ ਆਪਣੀ ਸੁਸਾਇਟੀ ਐਵੇਂ ਦੀ ਹੈ ਤਾਂ ਕਰਕੇ ਉਹ ਕਿਤੇ ਨਾ ਕਿਤੇ ਪਾਬੰਦੀਆਂ ਲਾਉਂਦੇ ਨੇ। ਹੋ ਸਕਦਾ ਕਿ ਹਲੇ ਉਹਨਾਂ ਨੂੰ ਉਹਨਾਂ ਚੇਂਜ ਲਿਆਉਣ ਦੇ ਵਿੱਚ ਥੋੜਾ ਜਿਹਾ ਟਾਈਮ ਲੱਗੇ, ਪਰ ਇਸ ਜਨਰੇਸ਼ਨ ਗੈਪ ਨੂੰ ਫਿਲ ਕਰਨ ਦੇ ਲਈ ਨਾ ਇਕੱਲੇ ਮਾਂ ਪਿਓ ਦੀ ਸਾਈਡ ਤੋਂ ਨਹੀਂ ਜਿਹੜੀ ਆਪਾਂ ਕਹਿ ਸਕਦੇ ਐਫਰਟਸ ਲੱਗਦੇ, ਕਿਤੇ ਨਾ ਕਿਤੇ ਬੱਚੇ ਨੂੰ ਵੀ ਲਾਉਣੇ ਪੈਂਦੇ ਨੇ। ਪਰ
ਐਵੇਂ ਹੁੰਦਾ ਹੈ ਕਦੇ ਕਦੇ ਗੁੱਸੇ ਵਿੱਚ ਤਾਂ ਚਲੋ ਸਾਰਾ ਕੁਝ ਹੀ ਚੱਲ ਜਾਂਦਾ ਹੈ, ਪਰ ਜਿੱਥੋਂ ਤੱਕ ਮੈਨੂੰ ਇਹ ਸਮਝ ਆ ਤੇ ਹਾਂ ਘਰੇ ਹੁੰਦੀ ਹੈ ਅਕਸਰ ਇਹ ਗੱਲ। ਜਿਵੇਂ ਮੈਂ ਆਪਣੀ ਕਿਸੇ ਦਿਨ ਮੈਂ ਕਹਿਦਾ ਕਿ ਪਾਪਾ ਮੈਂ ਆਪਣੀ ਸਹੇਲੀ ਘਰ ਰਾਤ ਕੱਟ ਕੇ ਆਉਣੀ ਆ, ਜਾਂ ਫਿਰ ਜੇ ਮੈਂ ਕੁਝ ਹੋਰ ਨਿੱਕੀ ਮੋਟੀ ਗੱਲ ਕਹਿਦਾ ਤਾਂ ਉੱਥੋਂ ਉਦੋਂ ਤਾਂ ਹੁੰਦਾ ਹੀ ਹੈ। ਓਕੇ, ਗੁੱਡ। ਥੈਂਕ ਯੂ। ਬਹੁਤ ਅੱਛੇ ਬੇਟਾ ਜੀ, ਬਿਲਕੁਲ ਇਹ ਜਿਹੜਾ ਨਵੀਂ ਪੀੜ੍ਹੀ ਤੇ ਪੁਰਾਣੀ ਪੀੜ੍ਹੀ ਦਾ ਪਾੜਾ ਯੁੱਗਾਂ ਤੋਂ ਚੱਲਿਆ ਆਇਆ ਤੇ ਮੈਨੂੰ ਲੱਗਦਾ ਹੈ ਚੱਲਦਾ ਹੀ ਰਹਿਣਾ ਕਿ ਸੱਸੇ ਮੇਰੇ ਤੇ ਕਰੇ ਸਖਤਾਈਆਂ ਤੇ ਆਪਦੇ ਤੂੰ ਦਿਨ ਭੁੱਲ ਗਈ। ਇਹ ਠੀਕ ਹੈ ਵੀ ਪਹਿਲਾਂ ਇਹ ਬੋਲੀ ਸੱਸ ਦੇ ਦੁਆਲੇ ਘੁੰਮਦੀ ਸੀ ਤੇ ਹੁਣ ਕਿਉਂਕਿ ਪਹਿਲਾਂ ਨਿੱਕੀਆਂ ਨਿੱਕੀਆਂ ਕੁੜੀਆਂ ਵਿਆਹ ਦਿੰਦੇ ਤੇ ਉਹਨਾਂ ਨੂੰ ਪਤਾ ਹੀ ਉੱਥੇ ਜਾ ਕੇ ਲੱਗਦਾ ਸੀ ਤੇ ਇਸ ਕਰਕੇ ਉਹ ਪੁਰਾਣੀਆਂ ਉਵੇਂ ਚੱਲੀਆਂ ਆ ਰਹੀਆਂ ਨੇ। ਬਿਲਕੁਲ ਠੀਕ ਹੈ ਬੇਟਾ ਜੀ, ਕਿਤੇ ਮਾਪਿਆਂ ਨੂੰ ਝੁਕਣਾ ਪੈਂਦਾ, ਪਰ ਕਈ ਵਾਰ ਕੀ ਹੁੰਦਾ ਹੈ ਕਿ ਮਾਪੇ ਜਿਹੜੇ ਨੇ ਨਾ, ਜਦੋਂ ਤੁਸੀਂ ਮਾਪੇ ਦੀ ਥਾਂ ਤੇ ਆਉਣੇ ਹੋ ਨਾ ਤੇ ਫਿਰ ਪਤਾ ਲੱਗਦਾ ਹੈ ਕਿ ਜ਼ਿੰਮੇਵਾਰੀ ਕੀ ਚੀਜ਼ ਹੁੰਦੀ ਹੈ। ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਆਲਣੇ ਨੂੰ ਸੇਫ ਰੱਖੀਏ, ਹਨਾ, ਤੇ ਉਹਨੂੰ ਕੋਈ ਪ੍ਰੋਬਲਮ ਨਾ ਆਵੇ, ਉਹਨੂੰ ਕੋਈ ਮੁਸ਼ਕਿਲ ਨਾ ਆਵੇ ਸਮੇਂ ਦੇ ਦੌਰ 'ਚ, ਕਿਤੇ ਉਹ ਕੋਈ ਗਲਤ ਫੈਸਲਾ ਨਾ ਲੈ ਜੇ। ਇਸ ਕਰਕੇ ਸ਼ਾਇਦ ਉਹਨਾਂ ਦੀ ਰੋਕ ਟੋਕ ਵੀ ਜਾਇਜ਼ ਹੁੰਦੀ ਹੈ, ਸਾਡੇ ਮਾਪਿਆਂ ਦੀ ਵੀ ਜਾਇਜ਼ ਰਹੀ ਹੋਣੀ ਹੈ ਤੇ ਹਾਂਜੀ ਤੁਹਾਡੀਆਂ ਗੱਲਾਂ ਵੀ ਜਾਇਜ਼ ਨੇ ਬੇਟਾ, ਕਿਉਂਕਿ ਨਵੇਂ ਸਮੇਂ ਨਾਲ ਚੱਲਣਾ ਵੀ ਜ਼ਰੂਰੀ ਹੈ। ਜ਼ਰੂਰੀ ਤੇ ਹੁੰਦਾ। ਬਹੁਤ ਸੋਹਣੀ, ਬਹੁਤ ਖੂਬਸੂਰਤ ਗੱਲਬਾਤ ਅੱਜ ਸਾਡੇ ਦਰਮਿਆਨ ਹੋਈ। ਹਮੇਸ਼ਾ ਤੁਹਾਡੀਆਂ ਗੱਲਾਂ ਨੂੰ ਯਾਦ ਕਰਾਂਗੇ ਬੇਟਾ ਜੀ। ਅੱਛਾ, ਜਾਣ ਦੇ ਸਮੇਂ ਇੱਕ ਹੋਰ ਕਵਿਤਾ ਜੇ ਸੁਣਾ ਦਿਓ, ਹੈ ਕੋਈ? ਮੈਂ ਵੇਖ ਲੈਣੀ ਆ ਜੇ ਇਸ ਟਾਈਮ ਮੇਰੇ ਕੋਲ ਹੋਏ। ਦਿਲ ਨਹੀਂ ਨਾ ਕਰ ਰਿਹਾ ਤੁਹਾਡੇ ਨਾਲ ਗੱਲਬਾਤ ਖਤਮ ਕਰਨ ਨੂੰ? ਹਾਂਜੀ ਸੁਣਾ ਦਿੰਨੀ ਆ, ਪਰ ਇਹ ਮੈਂ ਹਲੇ ਸੋਚ ਕੇ ਨਹੀਂ ਲਿਖੀ ਹੋਈ, ਪਰ ਮਤਲਬ ਹਜੇ ਗਿੱਲੀ ਹੈ ਥੋੜੀ ਜੀ? ਹਾਂਜੀ ਥੋੜੀ ਜਿਹੀ ਤਾਜੀ ਹੈ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਆਉਣ ਦਿਓ। ਸਾਬਣ ਦਾ ਬੁਲਬੁਲਾ ਕਵਿਤਾ ਦਾ ਨਾਮ ਹੈ। ਕੱਪੜੇ ਧੋਂਦੀ ਮਾਂ ਦੀ ਨਜ਼ਰ ਜਦ ਸਾਬਣ ਦੇ ਬੁਲਬੁਲੇ ਤੇ ਪਈ, ਮਾਂ ਵੇਖਣ ਲੱਗੀ ਆਪਣੇ ਸੁਪਨਿਆਂ ਨੂੰ ਬੁਲਬੁਲੇ ਵਿੱਚ ਦੀ। ਅਚਾਨਕ ਟੱਕ ਦੀ ਆਵਾਜ਼ ਆਈ, ਸਾਬਣ ਦਾ ਬੁਲਬੁਲਾ ਘਰ ਦੇ ਦਰਵਾਜ਼ੇ ਨਾਲ ਜਾ ਫੁੱਟ ਚੁੱਕਾ ਸੀ ਤੇ ਸ਼ਾਇਦ ਮਾਂ ਦੇ ਸੁਪਨੇ ਵੀ। ਬਹੁਤ ਅੱਛਾ, ਵਾਹ ਵਾਹ ਵਾਹ, ਬਹੁਤ ਵਧੀਆ, ਬਹੁਤ ਖੂਬਸੂਰਤ ਬੇਟਾ ਜੀ। ਸੱਚਮੁੱਚ ਹੀ ਨਰਿੰਦਰ ਦੀ ਕਵਿਤਾ ਤੇ ਸਤਪਾਲ ਵੀਰ ਜੀ ਦੀ ਸੋਚ ਤੁਹਾਡੇ ਅੰਦਰ ਝਲਕਦੀ ਹੈ। ਸ਼ੁਕਰੀਆ। ਪਰਮਾਤਮਾ ਤੁਹਾਨੂੰ ਖੂਬ ਸਾਰੀਆਂ ਤਰੱਕੀਆਂ ਬਖਸ਼ੇ। ਸਾਡਾ ਰੌਸ਼ਨ ਭਵਿੱਖ ਸਾਨੂੰ ਇਸ ਸਿਤਾਰੇ 'ਚੋਂ ਨਜ਼ਰ ਆ ਰਿਹਾ। ਕੁਝ ਸਕੂਨ ਅਸੀਂ ਮਹਿਸੂਸ ਕੀਤਾ ਤੁਹਾਡੇ ਨਾਲ ਗੱਲ ਕਰਕੇ। ਹੁਣ ਮੈਂ ਸਾਡੇ ਵੀਰ ਜੀ ਡਾਕਟਰ ਕੁਲਦੀਪ ਦੀਪ ਨੂੰ ਜਿਹੜੀ ਹੈ ਬੇਨਤੀ ਕਰਾਂਗੀ ਕਿ ਉਹ ਸਾਡੇ ਲਾਣੇਦਾਰ ਨੇ, ਸਾਡੇ ਮੁਖੀ ਨੇ, ਉਹਨਾਂ ਨੇ ਸਾਨੂੰ ਤੋਰਿਆ, ਉਹਨਾਂ ਨੇ ਸਾਨੂੰ ਇਸ ਸਮਰੱਥ ਕੀਤਾ ਤੇ ਨਹੀਂ ਤਾਂ ਕਿੱਥੇ ਅਸੀਂ ਇੰਨੀਆਂ ਗੱਲਾਂ ਕਰਨ ਜੋਗੇ ਸੀ। ਸੋ ਉਹਨਾਂ ਨੂੰ ਮੈਂ ਬੇਨਤੀ ਕਰਦੀ ਹਾਂ ਕਿ ਉਹ ਕੁਝ ਜਾਂਦੇ ਜਾਂਦੇ ਬੱਚਿਆਂ ਲਈ ਕਹਿਣ। ਜੀ ਦੋਸਤੋ, ਅੱਜ ਸੀਰਤ ਨਾਲ ਜਿਹੜੀ ਗੱਲਬਾਤ ਕੀਤੀ ਹੈ ਮੈਡਮ ਪ੍ਰਵੀਨ ਹੋਰਾਂ ਨੇ, ਇਸ ਗੱਲਬਾਤ ਦੇ ਵਿੱਚੋਂ ਮੈਨੂੰ ਹੁਣ ਇਹ ਸਪਸ਼ਟੀਕਰਨ ਦੀ ਜਾਂ ਇਹਦੀ ਵਿਆਖਿਆ ਕਰਨ ਦੀ ਕੋਈ ਜ਼ਰੂਰਤ ਨਹੀਂ ਕਿ ਸੀਰਤ ਵਰਗੇ ਬੱਚੇ ਸੱਚਮੁੱਚ ਚਮਕਦੇ ਸਿਤਾਰੇ ਨੇ, ਸੱਚਮੁੱਚ ਸਾਡੇ ਸਮਾਜ ਦਾ ਹਾਸਲ ਨੇ। ਜਦੋਂ ਕਿਸੇ ਬੱਚੇ ਨੂੰ ਵਿਕਾਸ ਕਰਨ ਲਈ ਪ੍ਰੋਪਰ ਮੌਕੇ ਮਿਲਦੇ ਨੇ, ਹਾਲਾਤ ਮਿਲਦੇ ਨੇ, ਉਹ ਘਰ ਦੇ ਵਿੱਚੋਂ ਵੀ ਮਿਲਦੇ ਨੇ, ਘਰ ਦੇ ਬਾਹਰੋਂ ਵੀ ਮਿਲਦੇ ਨੇ, ਤਾਂ ਉਹਨਾਂ ਹਾਲਾਤਾਂ ਦੇ ਵਿੱਚ ਬੱਚੇ ਦੀ ਇੱਕ ਇੰਡੀਪੈਂਡੈਂਟ ਪਰਸਨੈਲਿਟੀ ਡਿਵੈਲਪ ਹੁੰਦੀ ਹੈ, ਤਾਂ ਸੱਚਮੁੱਚ ਬੱਚੇ ਦੇ ਅੰਦਰ ਸਿਰਜਣਾ ਦੇ ਬਹੁਤ ਸਾਰੇ ਦੁਆਰ ਖੁੱਲਦੇ ਨੇ, ਕ੍ਰੀਏਟੀਵਿਟੀ ਦੀਆਂ ਬਹੁਤ ਸਾਰੀਆਂ ਫੈਕਲਟੀਜ਼ ਖੁੱਲ ਜਾਂਦੀਆਂ ਨੇ ਉਹਦੇ ਅੰਦਰ, ਤੇ ਇੱਕ ਕ੍ਰੀਏਟਿਵ ਫੈਕਲਟੀ ਬੰਦ ਹੁੰਦੀ ਹੈ, ਕੋਈ ਨਵੀਂ ਖੁੱਲ ਜਾਂਦੀ ਹੈ, ਉਹ ਬੰਦ ਹੁੰਦੀ ਹੈ, ਕੋਈ ਹੋਰ ਨਵੀਂ ਖੁੱਲ ਜਾਂਦੀ ਹੈ। ਤੇ ਸੀਰਤ ਇਹਦਾ ਬਹੁਤ ਵੱਡਾ ਉਦਾਹਰਨ ਹੈ। ਬਚਪਨ ਤੋਂ ਹੀ ਇਹਨੂੰ ਪਰਿਵਾਰ ਦੇ ਵਿੱਚੋਂ ਇਹਦੇ ਮੰਮੀ ਡੈਡੀ ਰਾਹੀਂ, ਇਹਦੇ ਤਾਏ ਰਾਹੀਂ, ਜਾਂ ਸਮੁੱਚੇ ਬਾਕੀ ਆਲੇ ਦੁਆਲੇ ਦੇ ਵਿੱਚੋਂ, ਦੋਸਤਾਂ ਮਿੱਤਰਾਂ ਦੇ ਸਰਕਲ ਦੇ ਵਿੱਚੋਂ ਇੱਕ ਉਸ ਤਰ੍ਹਾਂ ਦੀ ਪਰਸਨੈਲਿਟੀ ਡਿਵੈਲਪ ਕਰਨ ਦਾ ਮੌਕਾ ਮਿਲਿਆ, ਜਿਹਦੇ ਵਿੱਚੋਂ ਇਹਦੇ ਅੰਦਰ ਹੁਣ ਆਪਾਂ ਦੇਖ ਰਹੇ ਹਾਂ ਕਿ ਕਿੰਨੀਆਂ ਸਾਰੀਆਂ ਫੈਕਲਟੀਜ਼ ਆਪਣੇ ਆਪ ਕ੍ਰੀਏਟ ਹੋ ਗਈਆਂ। ਮੈਂ ਇਸ ਪਰਿਵਾਰ ਦੇ ਬਹੁਤ ਨੇੜੇ ਹਾਂ। ਸਤਪਾਲ ਭੀਖੀ, ਨਰਿੰਦਰ ਦੋਨੇ ਮੇਰੇ ਬਹੁਤ ਕਰੀਬੀ ਦੋਸਤ ਨੇ।
ਸਾਡੇ ਆਪਸ ਦੇ ਵਿੱਚ ਬਹੁਤ ਪਰਿਵਾਰਕ ਰਿਸ਼ਤੇ ਨੇ ਤੇ ਸੀਰਤ ਵੀ ਮੇਰੀ ਆਪਣੀ ਬੱਚੀ ਹੈ, ਮੇਰੀ ਆਪਣੀ ਧੀ ਹੈ। ਜਿਹੋ ਜੀ ਮੇਰੇ ਲਈ ਸਿਫਤੀ ਹੈ ਉਹੀ ਜੀ ਮੇਰੇ ਲਈ ਸੀਰਤ ਹੈ। ਤੇ ਮੈਂ ਅਕਸਰ ਦੇਖਦਾ ਹੁੰਦਾ, ਆਪਾਂ ਕਿੰਨੇ ਰੂਪ ਸੀਰਤ ਦੇ ਅੱਜ ਦੇਖੇ ਨੇ। ਇਹ ਕਵਿਤਾਵਾਂ ਲਿਖਦੀ ਹੈ, ਇਹ ਸਫ਼ਰਨਾਮੇ ਲਿਖਦੀ ਹੈ, ਇਹ ਕਹਾਣੀਆਂ ਲਿਖਦੀ ਹੈ, ਇਹ ਵਾਰਤਕ ਲਿਖਦੀ ਹੈ। ਇੱਕ ਰੂਪ ਦੀ ਜਿਹੜੀ ਆਪਾਂ ਗੱਲ ਨਹੀਂ ਕੀਤੀ ਹੈਗੀ, ਅੱਜ ਕਿਤੇ ਰਹਿ ਗਈ ਗੱਲ ਉਹ, ਕਿ ਸੀਰਤ ਨੇ ਪਿਛਲੇ ਸਮੇਂ ਦੇ ਵਿੱਚ ਕੁਝ ਕਿਤਾਬਾਂ ਦੀ ਆਲੋਚਨਾ ਵੀ ਕੀਤੀ ਹੈ। ਕ੍ਰਿਟਿਸਿਜ਼ਮ ਆਪਣੇ ਆਪ ਦੇ ਵਿੱਚ ਬਹੁਤ ਔਖਾ ਫੀਲਡ ਹੈ। ਕਿਸੇ ਬੰਦੇ ਦੇ ਅੰਦਰ ਕਿਸੇ ਚੀਜ਼ ਨੂੰ ਸਮਝਣ ਤੇ ਉਹਨੂੰ ਐਨਾਲਾਈਜ਼ ਕਰਨ ਦੀ ਜਦੋਂ ਬੁੱਧੀ ਪੈਦਾ ਹੁੰਦੀ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਉਹਦੀ ਕ੍ਰੀਏਟੀਵਿਟੀ ਦਾ ਸਿਖਰ ਹੁੰਦਾ ਹੈ। ਵੈਸੇ ਤਾਂ ਸਿਰਜਣਾ ਦਾ ਹਰ ਖੇਤਰੀ ਵਿਸ਼ਲੇਸ਼ਣ ਦੇ ਵਿੱਚੋਂ ਆਉਂਦਾ ਹੈ, ਸਮਝ ਦੇ ਵਿੱਚੋਂ ਆਉਂਦਾ ਹੈ, ਬੁੱਧੀ ਦੇ ਵਿੱਚੋਂ ਪੈਦਾ ਹੁੰਦਾ ਹੈ। ਪਰ ਖਾਸ ਤੌਰ ਤੇ ਆਲੋਚਨਾ ਦਾ ਖੇਤਰ ਇਹੋ ਜਿਹਾ ਹੈ ਜਿਹਦੇ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਵੱਡੇ ਵੱਡੇ ਧੁਰੰਦਰ ਕਈ ਵਾਰੀ ਮਾਰ ਖਾ ਜਾਂਦੇ ਨੇ ਜਦੋਂ ਕਿਸੇ ਹੋਰ ਟੈਕਸਟ ਨੂੰ ਸਮਝਣਾ ਹੁੰਦਾ ਹੈ। ਪਿਛਲੇ ਦਿਨਾਂ ਦੇ ਵਿੱਚ ਮੈਂ ਸੀਰਤ ਦਾ ਇਹ ਰੂਪ ਵੀ ਦੇਖਿਆ ਕਿ ਇਹਨੇ ਇੱਕ ਅੰਗਰੇਜ਼ੀ ਦੀ ਕਿਤਾਬ ਦੇ ਉੱਤੇ ਅੰਗਰੇਜ਼ੀ ਦੇ ਵਿੱਚ ਹੀ ਆਪਣੇ ਜਿਹੜਾ ਆਲੋਚਨਾਤਮਕ ਪਰਚਾ ਪੇਸ਼ ਕੀਤਾ। ਉੱਥੋਂ ਵੀ ਮੈਨੂੰ ਲੱਗਦਾ ਹੈ ਕਿ ਸੀਰਤ ਦੇ ਅੰਦਰ ਹੁਣ ਇਸ ਵੇਲੇ ਬੇਅੰਤ ਫੈਕਲਟੀਜ਼ ਨੇ, ਜਿਨ੍ਹਾਂ ਚੋਂ ਕੁਝ ਕੁ ਬਾਰੇ ਆਪਾਂ ਅੱਜ ਗੱਲ ਕੀਤੀ ਹੈ ਤੇ ਕੁਝ ਕੁ ਫੈਕਲਟੀਜ਼ ਅਜੇ ਇਹੋ ਜਿਹੀਆਂ ਨੇ ਜਿਨ੍ਹਾਂ ਬਾਰੇ ਸ਼ਾਇਦ ਸੀਰਤ ਨੂੰ ਜਾਂ ਸਤਪਾਲ ਨੂੰ ਜਾਂ ਨਰਿੰਦਰ ਨੂੰ ਵੀ ਨਾ ਪਤਾ ਹੋਵੇ, ਜਿਹੜੀਆਂ ਭਵਿੱਖ ਦੇ ਵਿੱਚ ਖੁੱਲਣੀਆਂ ਨੇ। ਅਜੇ ਆਗਾਜ਼ ਹੈ, ਅੰਜਾਮ ਬਹੁਤ ਦੂਰ ਹੈ। ਸੀਰਤ ਨੇ ਬਹੁਤ ਲੰਮਾ ਸਫ਼ਰ ਤੈਅ ਕਰਨਾ ਹੈ। ਸੀਰਤ ਬਹੁਤ ਜਲਦੀ ਕਲਪਨਾ ਦੇ ਖੰਭਾਂ ਤੋਂ ਜਹਾਜ਼ ਰਾਹੀਂ ਚੜ੍ਹ ਕੇ ਬਾਹਰ ਜਾ ਰਹੀ ਹੈ। ਉੱਥੇ ਜਾ ਕੇ ਇਹਨੇ ਨਵੇਂ ਆਸਮਾਨ, ਨਵੇਂ ਆਕਾਸ਼ ਤਲਾਸ਼ਣੇ ਨੇ ਆਪਣੇ। ਤੇ ਮੈਨੂੰ ਇਹ ਲੱਗਦਾ ਹੈ ਕਿ ਹੋ ਸਕਦਾ ਹੈ ਅੱਜ ਦਾ ਇਹ ਜਿਹੜਾ ਲਾਈਵ ਪ੍ਰੋਗਰਾਮ ਹੈ ਇਹਦਾ ਪੰਜਾਬ ਦੀ ਧਰਤੀ ਤੇ ਇਹ ਆਖਰੀ ਲਾਈਵ ਹੋਵੇ। ਇਸ ਤੋਂ ਬਾਅਦ ਅਸੀਂ ਉਹਨੂੰ ਕੈਨੇਡਾ ਦੇ ਵਿੱਚੋਂ ਲਾਈਵ ਸੁਣੀਏ ਜਾਂ ਲਾਈਵ ਮਾਣੀਏ। ਤੇ ਇਹਦੇ ਲਈ ਅਸੀਂ ਦੁਆ ਵੀ ਕਰਦੇ ਹਾਂ ਕਿ ਜਲਦੀ ਇਹ ਆਪਣੇ ਮੁਕਾਮ ਤੇ ਪਹੁੰਚੇ ਤੇ ਉੱਥੇ ਜਾ ਕੇ ਜਿਹੜੀਆਂ ਹੋਰ ਬਹੁਤ ਸਾਰੀਆਂ ਫੈਕਲਟੀਜ਼ ਇਹਨੂੰ ਉਡੀਕ ਰਹੀਆਂ ਨੇ ਉਹ ਫੈਕਲਟੀਜ਼ ਖੁੱਲਣ। ਅੱਜ ਦਾ ਇਹ ਪ੍ਰੋਗਰਾਮ, ਜਿਵੇਂ ਪ੍ਰਵੀਰ ਮੈਡਮ ਨੇ ਕਿਹਾ, ਸੱਚਮੁੱਚ ਨਾ ਕੇਵਲ ਸੀਰਤ ਲਈ, ਨਾ ਕੇਵਲ ਸਤਪਾਲ ਭੀਖੀ ਲਈ ਜਾਂ ਨਰਿੰਦਰ ਲਈ, ਨਾ ਕੇਵਲ ਸਿਰਜਣਾਤਮਕ ਸਿੱਖਿਆ ਸੰਸਾਰ ਲਈ, ਇੱਕ ਪਾਸੇ ਸੀਰਤ ਦੇ ਜਿਹੜੇ ਅਗਲੀ ਪੀੜ੍ਹੀ ਹੈ, ਆਉਣ ਵਾਲੀ ਪੀੜ੍ਹੀ ਹੈ, ਉਹਨਾਂ ਬੱਚਿਆਂ ਲਈ ਤੇ ਈਵਨ ਸਾਡੇ ਲਈ ਵੀ ਇੱਕ ਕਿਸਮ ਦਾ ਪ੍ਰੇਰਨਾ ਸਰੋਤ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਕਿਵੇਂ ਕਰਨੀ ਹੈ, ਅਸੀਂ ਆਪਣੇ ਬੱਚਿਆਂ ਨੂੰ ਮੌਕੇ ਕਿਵੇਂ ਦੇਣੇ ਨੇ, ਅਸੀਂ ਆਪਣੇ ਬੱਚਿਆਂ ਦੇ ਅੰਦਰ ਸਮਝ ਕਿਵੇਂ ਪੈਦਾ ਕਰਨੀ ਹੈ। ਜਿਸ ਕਮਾਲ ਦੀ ਲਿਆਕਤ ਦੇ ਨਾਲ ਸੀਰਤ ਨੇ ਸਵਾਲਾਂ ਦੇ ਜਵਾਬ ਦਿੱਤੇ ਨੇ, ਇੱਥੋਂ ਪਤਾ ਲੱਗਦਾ ਹੈ ਕਿ ਇਹਦੇ ਅੰਦਰ ਜ਼ਿੰਦਗੀ ਨੂੰ ਸਮਝਣ ਦੀ ਇੱਕ ਸੂਝ ਪੈਦਾ ਹੋਈ ਹੈ। ਤੇ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਵੀ ਹੈ ਤੇ ਬਹੁਤ ਸੰਤੁਸ਼ਟੀ ਵਾਲੀ ਗੱਲ ਵੀ ਹੈ ਤੇ ਬਹੁਤ ਸਿੱਖਣ ਵਾਲੀ ਗੱਲ ਵੀ ਹੈ। ਤੇ ਮੈਡਮ ਪ੍ਰਵੀਨ ਨੇ ਬਹੁਤ ਸ਼ਿੱਦਤ ਨਾਲ ਅੱਜ ਦੇ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਹੈ। ਬਹੁਤ ਇੱਕ ਮਤਲਬ ਮੈਨੂੰ ਮੋਹ, ਪਿਆਰ, ਮੁਹੱਬਤ ਝਲਕਦੀ ਸੀ ਇਹਨਾਂ ਦੇ ਰਵੱਈਏ ਦੇ ਵਿੱਚੋਂ। ਇਹਨਾਂ ਨੂੰ ਲੱਗਦਾ ਸੀ ਕਿ ਕਿਸ ਤਰ੍ਹਾਂ ਇੱਕ ਆਪਣੇਪਣ ਨਾਲ ਆਪਣੇ ਬੱਚੇ ਨਾਲ ਗੱਲਾਂ ਕੀਤੀਆਂ ਜਾ ਸਕਦੀਆਂ ਨੇ। ਤੇ ਇਸ ਪ੍ਰੋਗਰਾਮ ਦਾ ਮੋਟਿਵ ਹੀ ਅਸਲ ਦੇ ਵਿੱਚ ਇਹ ਹੈ ਕਿ ਤੁਸੀਂ ਇੱਕ ਕਿਸਮ ਦੀ ਆਨਲਾਈਨ ਗਲਵਕੜੀ ਹੈ ਇਹਨਾਂ ਬੱਚਿਆਂ ਦੇ ਨਾਲ ਜਿਹੜੇ ਭਵਿੱਖ ਦੇ ਵਾਰਿਸ ਨੇ। ਤੇ ਅਸੀਂ ਹਰ ਵਾਰ ਹੋਸਟ ਵੀ ਨਵਾਂ ਚੂਜ਼ ਕਰਦੇ ਹਾਂ ਤੇ ਹਰ ਵਾਰ ਗੈਸਟ ਵੀ ਨਵਾਂ ਚੂਜ਼ ਕਰਦੇ ਹਾਂ। ਤੇ ਸਾਨੂੰ ਮਾਣ ਹੈ ਇਸ ਗੱਲ ਦਾ ਕਿ ਸਾਡੇ ਇਸ ਮਹਿਕਮੇ ਦੇ ਵਿੱਚ, ਸਾਡੇ ਸਿੱਖਿਆ ਵਿਭਾਗ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਟੀਚਰ ਨੇ ਜਿਹੜੇ ਬਹੁਤ ਸੋਹਣੇ ਹੋਸਟ ਬਣ ਸਕਦੇ ਨੇ, ਬਹੁਤ ਸੋਹਣੇ ਗੈਸਟ ਬਣ ਸਕਦੇ ਨੇ। ਉਹਨਾਂ ਦੇ ਬੱਚੇ ਨੇ, ਉਹਨਾਂ ਦੇ ਵਿਦਿਆਰਥੀ ਨੇ। ਅਸੀਂ ਰੂਹੀ ਤੋਂ ਲੈ ਕੇ ਸੀਰਤ ਤੱਕ ਲਗਭਗ 6 ਪ੍ਰੋਗਰਾਮ ਕਰ ਚੁੱਕੇ ਹਾਂ ਤੇ ਅਗਲੇ ਪ੍ਰੋਗਰਾਮ ਅਸੀਂ ਕਰਨੇ ਨੇ। ਸੋ ਮੈਂ ਇੱਕ ਵਾਰੀ ਮੈਡਮ ਪ੍ਰਵੀਨ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦੇਣੀ ਚਾਹੂੰਗਾ, ਸਤਪਾਲ ਭੀਖੀ ਨੂੰ ਤੇ ਨਰਿੰਦਰ ਨੂੰ ਵੀ ਬਹੁਤ ਮੁਬਾਰਕ ਦੇਣੀ ਚਾਹੂੰਗਾ ਕਿ ਉਹਨਾਂ ਨੇ ਆਪਣੇ ਬੱਚੇ ਨੂੰ ਇਸ ਲਾਇਕ ਬਣਾਇਆ, ਉਹਨੂੰ ਇੰਨੀਆਂ ਕੁ ਆਜ਼ਾਦੀਆਂ ਦਿੱਤੀਆਂ, ਉਹਦੇ ਅੰਦਰ ਇੰਨੀ ਕੁ ਸੂਝ ਪੈਦਾ ਕੀਤੀ ਕਿ ਅੱਜ ਉਹ ਬੱਚਾ ਇੰਡੀਪੈਂਡੈਂਟ ਤੌਰ ਤੇ ਸੋਚ ਸਕਦਾ ਹੈ। ਤੇ ਜਦੋਂ ਬੱਚਾ ਇਸ ਲੈਵਲ ਤੇ ਸੋਚ ਸਕਦਾ, ਮੈਨੂੰ ਨਹੀਂ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਉਸ ਬੱਚੇ ਨੇ ਕਦੇ ਮਾਰ ਖਾਣੀ ਹੈ। ਚੁਣੌਤੀਆਂ ਆ ਸਕਦੀਆਂ ਨੇ, ਸੰਕਟ ਆ ਸਕਦੇ ਨੇ, ਪਰ ਉਹਨਾਂ ਚੁਣੌਤੀਆਂ ਤੇ ਸੰਕਟਾਂ ਦੇ ਵਿੱਚ ਜਿਹੜੇ ਇਹਦੇ ਅੰਦਰ ਇਹ ਫੈਕਲਟੀਜ਼ ਡਿਵੈਲਪ ਹੋਈਆਂ ਨੇ, ਇਹ ਇਹਦੀਆਂ ਸੰਕਟ ਮੋਚਕ ਬਣਨਗੀਆਂ। ਇਸ ਗੱਲ ਦੀ ਮੈਨੂੰ ਪੂਰੀ ਉਮੀਦ ਹੈ। ਮੈਡਮ ਬਲਜਿੰਦਰ ਸਾਡੇ ਕਨਵੀਨਰ ਨੇ ਇਸ ਪ੍ਰੋਗਰਾਮ ਦੇ, ਮੈਡਮ ਰੁਪਿੰਦਰ ਸੰਧੂ ਕਨਵੀਨਰ ਨੇ, ਉਹਨਾਂ ਦੋਨਾਂ ਨੂੰ ਬਹੁਤ ਮੁਬਾਰਕਾਂ। ਉਹ ਅੱਜ ਪਰਦੇ ਦੇ ਪਿੱਛੇ ਰਹੇ ਨੇ, ਪਰ ਇਹ ਸਾਰਾ ਪ੍ਰੋਗਰਾਮ ਨੂੰ ਡਿਜ਼ਾਈਨ ਕਰਨ ਦੇ ਵਿੱਚ, ਇਹਨੂੰ ਲੱਭਣ ਦੇ ਵਿੱਚ ਜਿਹੜੇ ਸਿਤਾਰੇ ਨੇ ਉਹਨਾਂ ਦੀ ਲਗਾਤਾਰ ਭੂਮਿਕਾ ਰਹਿੰਦੀ ਹੈ ਤੇ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਕਨਵੀਨ ਕਰਨਾ ਹੁੰਦਾ ਹੈ। ਸੁਖਜੀਵਨ ਲਗਾਤਾਰ ਸਾਡਾ ਸਾਥੀ ਹੈ ਜੋ ਪੂਰੀ ਤਰ੍ਹਾਂ ਮਤਲਬ ਹਰ ਮਾਮਲੇ ਸਾਡੇ ਨਾਲ ਹੁੰਦਾ ਹੈ। ਸੋ ਸਾਰਾ
ਐਡਮਨ ਫੈਮਿਲੀ, ਮੈਡਮ ਪ੍ਰਵੀਨ ਸ਼ਰਮਾ, ਸੀਰਤ ਖਾਸ ਤੌਰ ਤੇ ਜਿਹਨੇ ਇੰਨੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੀਰਤ ਬੇਟੇ ਇਸੇ ਤਰ੍ਹਾਂ ਬੁਲੰਦੀਆਂ ਨੂੰ ਛੂ, ਇਸੇ ਤਰ੍ਹਾਂ ਖੂਬ ਤਰੱਕੀਆਂ ਕਰ, ਅਗਲੇ ਆਸਮਾਨ ਤੈਨੂੰ ਉਡੀਕ ਰਹੇ ਨੇ। ਬਹੁਤ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਵੀਰ ਜੀ, ਤੁਸੀਂ ਮੈਨੂੰ ਵੀ ਮਾਣ ਬਖਸ਼ਿਆ ਕਿ ਅੱਜ ਸੀਰਤ ਨਾਲ ਗੱਲ ਕਰਨ ਦਾ ਮੈਨੂੰ ਮੌਕਾ ਮਿਲਿਆ। ਮੈਂ ਆਪਣੇ ਆਪ ਵਿੱਚ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ। ਸੱਚਮੁੱਚ ਇੱਕ ਅੰਦਰੂਨੀ ਸਕੂਨ ਮੈਨੂੰ ਮਿਲਿਆ ਇਸ ਬੱਚੀ ਨਾਲ ਗੱਲ ਕਰਕੇ। ਇੱਕ ਖੂਬਸੂਰਤ ਭਵਿੱਖ ਦਾ ਆਗਾਜ਼ ਹੈ ਸੀਰਤ, ਇੱਕ ਸੂਝ ਦਾ ਸ਼ੂਕ ਦਾ ਦਰਿਆ ਹੈ ਸੀਰਤ। ਸੀਰਤ ਬਹੁਤ ਸਾਰੀਆਂ ਦੁਆਵਾਂ ਬੇਟਾ ਜੀ, ਬਹੁਤ ਸਾਰੀਆਂ ਮੁਬਾਰਕਾਂ ਤੁਹਾਡੇ ਮੰਮੀ ਪਾਪਾ ਨੂੰ, ਤੇ ਬਹੁਤ ਸਾਰੀਆਂ ਮੁਬਾਰਕਾਂ ਇਸ ਸਮੁੱਚੀ ਪ੍ਰਬੰਧਕੀ ਟੀਮ ਨੂੰ ਜੋ ਸਿਰਜਣਾਤਮਕ ਸਿੱਖਿਆ ਸੰਸਾਰ ਦੇ ਮੰਚ ਤੋਂ, ਇਸ ਪਲੇਟਫਾਰਮ ਤੋਂ ਵੱਖਰੇ ਵੱਖਰੇ ਸਿਤਾਰਿਆਂ ਨੂੰ ਰੌਸ਼ਨ ਕਰ ਰਹੀ ਹੈ। ਰੱਬ ਕਰੇ ਕਿ ਇਹ ਹੋਰ ਸਿਤਾਰਿਆਂ ਨੂੰ ਇਸੇ ਤਰ੍ਹਾਂ ਰੌਸ਼ਨ ਕਰਦੀ ਰਵੇ ਤੇ ਲੰਬੀਆਂ ਉਮਰਾਂ ਮਾਣਦੀ ਰਵੇ। ਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ।